ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਦੀ ਗੱਲ ਕਰਨੀ ਹੈ। ਕੈਨੇਡਾ ਨੂੰ ਲੈ ਕੇ ਬਹੁਤ ਸਾਰੇ ਅਪਡੇਟਸ ਆਏ ਹੋਏ ਨੇ ਤੇ ਅੱਜ ਉਹ ਸਾਰੇ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਨੇ ਨੇ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ। ਇਸ ਲਈ ਪੂਰਾ ਸ਼ੋਅ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ ਹੈ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਰਿਤੂ ਬਿਰਲਾ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਕੈਨੇਡਾ ਅਪਡੇਟਸ ਦੀ ਜਿੱਥੇ ਗੱਲ ਹੁੰਦੀ ਹੈ, ਸੋ ਪਹਿਲਾਂ ਤਾਂ ਇੰਟਰਵਿਊ ਤੋਂ ਸਟਾਰਟ ਕਰਾਂਗੇ ਕਿਉਂਕਿ ਇੰਟਰਵਿਊ ਜਦੋਂ ਤੋਂ ਇਹ ਵਰਡ ਸੁਣਿਆ ਹੈ ਕੈਨੇਡਾ ਦੇ ਨਾਲ ਤਾਂ ਸਟੂਡੈਂਟਸ ਬਹੁਤ ਡਰ ਜਾਂਦੇ ਨੇ ਕਿਉਂਕਿ ਇੰਟਰਵਿਊ ਦੇ ਨਾਂ ਤੋਂ ਪਹਿਲਾਂ ਹੀ ਡਰਦੇ ਨੇ ਤੇ ਜਦ ਕੈਨੇਡਾ ਦੇ ਨਾਲ ਇੰਟਰਵਿਊ ਲੱਗ ਗਿਆ ਸਵਾਲ ਹੋਣੇ ਮੁਮਕਿਨ ਹੀ ਸੀਗੇ। ਸੋ ਕੈਨੇਡਾ ਇੰਟਰਵਿਊ ਨੂੰ ਲੈ ਕੇ ਅਪਡੇਟ ਕੀ ਹੈ, ਕਿਹੜੇ ਇੰਟਰਵਿਊ ਨੂੰ ਇੰਟਰਵਿਊ ਆ ਸਕਦੀ ਹੈ, ਕਿਸ ਤਰ੍ਹਾਂ ਦੀ ਤਿਆਰੀ ਸਟੂਡੈਂਟਸ ਨੂੰ ਰੱਖਣੀ ਚਾਹੀਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਨੂੰ ਸਟੂਡੈਂਟ ਵੀਜ਼ਾ ਦੇ ਵਿੱਚ ਇੰਟਰਵਿਊ ਤੋਂ ਡਰ ਲੱਗ ਰਿਹਾ ਹੈ, ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ, ਬਲਕਿ ਇਹ ਸਾਡੇ ਲਈ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਕਈ ਵਾਰੀ ਕੀ ਹੁੰਦਾ ਜਦੋਂ ਕੋਈ ਤੁਹਾਡੀ ਫਾਈਲ ਅਪਲੋਡ ਹੁੰਦੀ ਹੈ, ਕੋਈ ਡਾਕੂਮੈਂਟ ਮਿਸਿੰਗ ਹੁੰਦਾ, ਕੋਈ ਡਿਟੇਲ ਮਿਸਿੰਗ ਹੁੰਦੀ ਹੈ, ਵੀਜ਼ਾ ਅਫਸਰ ਤੁਹਾਨੂੰ ਕਾਲ ਕਰਕੇ ਉਸ ਬਾਰੇ ਪੁੱਛ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਕਾਲਜ ਦੇ ਵਿੱਚ ਤੁਸੀਂ ਜਾ ਰਹੇ ਹੋ, ਉਹਦੀ ਕੀ ਪ੍ਰੈਫਰੈਂਸ ਹੈ, ਤੁਸੀਂ ਕਿਹੜੇ ਕੋਰਸ ਨੂੰ ਜਾ ਰਹੇ ਹੋ, ਤੁਹਾਡਾ ਕਿਵੇਂ ਰੈਲੇਵੈਂਸੀ ਉਹਦੀ ਬਣ ਰਹੀ ਹੈ, ਜੋ ਕਿ ਆਲਰੇਡੀ ਤੁਹਾਡੀ ਫਾਈਲ ਦੇ ਵਿੱਚ SOP ਵੀ ਲੱਗੀ ਹੈ। ਸੇਮ ਉਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੀ ਫਾਈਲ ਦੇ ਬਾਰੇ। ਜੇ ਕੋਈ ਡਾਕੂਮੈਂਟ ਮਿਸਿੰਗ ਹੈ ਜਾਂ ਤੁਹਾਡੇ ਫੰਡ ਸ਼ੋਰਟ ਪੈ ਰਹੇ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਲੋੜ ਹੈ ਵੀਜ਼ਾ ਅਫਸਰ ਨੂੰ, ਉਹ ਤੁਹਾਨੂੰ ਫੋਨ ਕਰਕੇ ਪੁੱਛ ਸਕਦਾ ਹੈ। ਦੈਟ ਇਜ਼ ਨਾਟ ਐਨ ਇੰਟਰਵਿਊ। ਉਹ ਤੁਹਾਨੂੰ ਸਿਰਫ ਇੱਕ ਕਲੈਰੀਫਿਕੇਸ਼ਨ ਲਈ ਜਾਂ ਫਿਰ ਕੋਈ ਹੋਰ ਜੇ ਤੁਹਾਡੀ ਫਾਈਲ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੀਦਾ ਹੈ, ਇਹ ਉਸ ਤਰ੍ਹਾਂ ਦੀ ਇੱਕ ਇੰਟਰਵਿਊ ਹੋ ਰਹੀ ਹੈ। ਤੇ ਇਹ ਸਾਰਿਆਂ ਲਈ ਵੀ ਨਹੀਂ ਹੈ, ਕੋਈ ਕਿਸੇ ਫਾਈਲ ਦੇ ਵਿੱਚ ਕੈਂਡੀਡੇਟਸ ਨੂੰ ਆ ਰਹੀ ਹੈ। ਜੀ ਬਿਲਕੁਲ, ਯਾਨੀ ਕਿ ਜਿੱਥੇ ਕੋਈ ਡਾਊਟ ਰਹਿ ਜਾਂਦਾ ਉਸ ਦੀ ਕਲੈਰਿਟੀ ਦੇ ਲਈ, ਜੋ ਕਲੈਰਿਟੀ ਦੇ ਲਈ ਬਿਲਕੁਲ। ਸੋ ਵਾਕਈ ਸੋ ਇਸ ਚੀਜ਼ ਤੋਂ ਤਾਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਈ ਹੋਪ ਕਿ ਜਿਹੜੇ ਵੀ ਸਟੂਡੈਂਟਸ ਸਾਡੇ ਤੱਕ ਆਪਣੇ ਸਵਾਲ ਪਹੁੰਚਾਉਂਦੇ ਨੇ, ਇੰਟਰਵਿਊ ਨੂੰ ਲੈ ਕੇ ਢੇਰ ਸਾਰੇ ਸਵਾਲ ਬਣੇ ਹੋਏ ਨੇ। ਸੋ ਸੋਸ਼ਲ ਮੀਡੀਆ ਤੇ ਵੀ ਜਦੋਂ ਅਸੀਂ ਦੇਖਦੇ ਹਾਂ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ, ਉਹਨਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਸਟੂਡੈਂਟਸ ਦੇ ਮਨ ਵਿੱਚ ਸਵਾਲ ਆ ਜਾਂਦੇ ਨੇ। ਪਰ ਇਸ ਸ਼ੋਅ ਦੇ ਵਿੱਚ ਅਸੀਂ ਇੱਕ ਚੀਜ਼ ਹਮੇਸ਼ਾ ਕਲੀਅਰ ਕਰਦੇ ਹਾਂ ਤੇ ਲੇਟੈਸਟ ਅਪਡੇਟਸ ਦੀ ਗੱਲ ਕਰਦੇ ਹਾਂ ਤਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਸ਼ੋਅ ਨਾਲ ਜੁੜਦੇ ਨੇ ਉਹਨਾਂ ਨੂੰ ਸਹੀ ਜਾਣਕਾਰੀ ਮਿਲੇ। ਚਲੋ, ਇੰਟਰਵਿਊ ਦਾ ਪੁਆਇੰਟ ਤਾਂ ਕਲੀਅਰ ਹੋ ਗਿਆ। ਦੂਜੇ ਅਪਡੇਟ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਜੋ ਹੁਣ ਰੀਸੈਂਟ ਅਪਡੇਟ ਹੈ ਕੈਨੇਡਾ ਤੋਂ ਕਿ ਜੋ ਸਪਾਊਸ ਵੀਜ਼ਾ ਦੀ ਫਾਈਲ ਵੀ ਮੇਨ ਐਪਲੀਕੈਂਟ ਦੇ ਨਾਲ ਹੀ ਲਗਾਈ ਜਾ ਸਕਦੀ ਹੈ, ਜਦਕਿ ਪਹਿਲਾਂ ਥੋੜਾ ਰੁਕ ਕੇ ਲਗਾਣੀ ਪੈਂਦੀ ਸੀ। ਸੋ ਉਸ ਪ੍ਰੋਸੈਸ ਨੂੰ ਵੀ ਤੁਹਾਡੇ ਥਰੂ ਜ਼ਰੂਰ ਸਮਝਣਾ ਚਾਹਾਂਗੇ। ਬੇਸਿਕਲੀ ਦੇਖੋ ਮੈਮ, ਇਹਦੇ 'ਚ ਕੀ ਹੈ ਕਿ ਜੋ ਪਹਿਲਾਂ ਕੀ ਹੁੰਦਾ ਸੀਗਾ 3 ਮੰਥਸ ਤੋਂ ਬਾਅਦ 6 ਮੰਥ ਤੋਂ ਬਾਅਦ ਜਿਹੜਾ ਮੇਨ ਐਪਲੀਕੈਂਟ ਸੀਗਾ ਉਹ ਕੈਨੇਡਾ ਤੋਂ ਇੱਕ ਇਨਵੀਟੇਸ਼ਨ ਫਾਰਵਰਡ ਕਰਦਾ ਸੀਗਾ ਕਿ ਮੈਂ ਆਪਣੇ ਸਪਾਊਸ ਨੂੰ ਚਾਹੁੰਦਾ ਹੈ ਕਿ ਉਹ ਇੱਥੇ ਆ ਕੇ ਮੈਨੂੰ ਜੁਆਇਨ ਕਰੇ। ਓਪਨ ਵਰਕ ਪਰਮਿਟ ਤੇ ਜਿਹੜਾ ਕੈਂਡੀਡੇਟ ਹੈ ਸਪਾਊਸ ਦਾ, ਉਹਦੀ ਫਾਈਲ ਲੱਗਦੀ ਸੀਗੀ। ਹੁਣ ਇਹ ਜਿਹੜਾ ਨਵਾਂ ਅਪਡੇਟ ਆਇਆ, ਇਹਦੇ ਰਾਹੀਂ ਜਦੋਂ ਤੁਹਾਡੇ ਮੇਨ ਐਪਲੀਕੈਂਟ ਦੀ ਸਟੂਡੈਂਟ ਵੀਜ਼ਾ ਲਈ ਫਾਈਲ ਲੱਗ ਰਹੀ ਹੈ, ਨਾਲ ਦੇ ਨਾਲ ਤੁਸੀਂ ਵੀ ਆਪਣੀ ਜਿਹੜੀ ਓਪਨ ਵਰਕ ਪਰਮਿਟ ਸਪਾਊਸਲ ਦੀ ਡਿਪੈਂਡੈਂਟ ਦੀ ਜਿਹੜੀ ਫਾਈਲ ਹੈ ਤੁਸੀਂ ਨਾਲ ਹੀ ਲਾ ਸਕਦੇ ਹੋ। ਬਿਲਕੁਲ। ਔਰ ਇਹਨਾਂ ਸਾਰੇ ਅਪਡੇਟਸ ਤੋਂ ਸਾਫ਼ ਆਪਾਂ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਬਿਲਕੁਲ ਫੁੱਲ ਮੂਡ ਵਿੱਚ ਹੈ ਕਿ ਵੱਧ ਤੋਂ ਵੱਧ ਜੋ ਹੈ ਸਟੂਡੈਂਟਸ ਉੱਥੇ ਆਉਣ, ਸਪਾਊਸ ਦੇ ਨਾਲ ਆਪਣੇ ਜੋ ਹੈ ਉੱਥੇ ਅਪਲਾਈ ਕਰਨ ਤੇ ਉੱਥੇ ਪਹੁੰਚਣ। ਕਿਉਂਕਿ ਵਿੱਚ ਜੇ ਇੱਕ ਹੋਰ ਵੀਡੀਓ ਵਾਇਰਲ ਬੜੀ ਹੋ ਗਈ ਸੀ ਕਿ ਕੈਨੇਡਾ ਵੀਜ਼ਾ ਦੇਣੇ ਬੰਦ ਕਰ ਰਿਹਾ, ਸੋ ਉਸ ਨੂੰ ਲੈ ਕੇ ਵੀ ਸਟੂਡੈਂਟਸ ਵਿੱਚ ਘਬਰਾਹਟ ਸੀ। ਸੋ ਜੇਕਰ ਇਸ ਤਰ੍ਹਾਂ ਦੇ ਅਪਡੇਟਸ ਕੈਨੇਡਾ ਤੋਂ ਆ ਰਹੇ ਨੇ, ਇਸ ਤੋਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਸੌਖਾ ਕਰ ਰਹੀ ਹੈ ਕੈਨੇਡਾ ਦੀ ਅੰਬੈਸੀ ਕਿ ਸਟੂਡੈਂਟਸ ਆਉਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। PR ਤੇ ਵਰਕ ਪਰਮਿਟ ਨੂੰ ਲੈ ਕੇ ਵੀ ਜੋ ਅਪਡੇਟਸ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਆ। ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਨੂੰ ਤੁਸੀਂ ਨੋਟ ਕਰਕੇ ਰੱਖ ਲਓ ਜੀ। ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਕੋਈ ਵੀ ਸਵਾਲ ਹੋਵੇ ਫੋਨ ਕਰਕੇ ਪੁੱਛ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਇਹਨਾਂ ਦੇ ਆਫਿਸ ਆ ਸੈਕਟਰ 82 ਮੁਹਾਲੀ ਦੇ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਜ਼ਰੂਰ ਆਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਆਓ ਤਾਂ ਕਿ ਸਹੀ ਢੰਗ ਦੇ ਨਾਲ ਅਸੈਸਮੈਂਟ ਹੋਵੇ, ਤੁਹਾਨੂੰ ਸਹੀ ਸਮੇਂ ਤੇ ਰਾਈਟ ਆਪਸ਼ਨ ਦਾ ਪਤਾ ਚੱਲੇ ਕਿ ਤੁਸੀਂ ਕਿੱਥੇ ਲਈ ਐਲੀਜੀਬਲ ਹੋ, ਕਿਵੇਂ ਅਪਲਾਈ ਕਰਨਾ ਹੈ, ਕਿਹੜੇ ਰਸਤੇ ਤੁਰਨਾ ਹੈ ਤਾਂ ਕਿ ਬਿਨਾਂ ਰਿਫਿਊਜ਼ਲ ਦੇ ਸਕਸੈਸਫੁਲੀ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਿਲ ਕਰ ਸਕੋ। ਹਾਂਜੀ ਮੈਮ, PR ਬਾਰੇ ਗੱਲ ਕਰਾਂਗੇ। ਜੋ ਅਪਡੇਟ ਆਇਆ PR ਤੇ ਵਰਕ ਪਰਮਿਟ ਨੂੰ ਲੈ ਕੇ ਉਹ ਵੀ ਜ਼ਰੂਰ ਦੱਸੋ ਤਾਂ ਕਿ ਜਿੰਨੇ ਵੀ ਅਪਡੇਟਸ ਅਸੀਂ ਅੱਜ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਸਟੂਡੈਂਟਸ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਚੱਕ ਸਕਣ। ਬਿਲਕੁਲ ਮੈਮ, ਦੇਖੋ ਬਹੁਤ ਸਾਰੇ ਅਪਡੇਟਸ ਨੇ ਜਿਹੜੇ ਡੇਲੀ ਬੇਸਿਸ ਤੇ ਸਟੂਡੈਂਟਸ ਲਈ, ਐਪਲੀਕੈਂਟਸ ਲਈ ਆਉਂਦੇ ਰਹਿੰਦੇ ਹੈ। ਜਿਵੇਂ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਆਇਲਸ ਦਾ ਅਪਡੇਟ ਜਿਹੜਾ ਹੈ ਉਹ ਦੇਣਾ ਚਾਹੁੰਦੀ ਹਾਂ ਕਿ ਹੁਣ ਜਿਵੇਂ ਪਹਿਲੇ ਕੀ ਹੁੰਦਾ ਸੀਗਾ, ਬੱਚੇ ਜਿਹੜਾ ਹੈਗਾ ਆਇਲਸ ਦੇ ਪੇਪਰ ਨੂੰ ਬਾਰ-ਬਾਰ ਰਿਪੀਟ ਕਰਦਾ ਸੀ, ਇੱਕ ਮੋਡਿਊਲ ਦੇ ਵਿੱਚ ਘੱਟ ਬੈਂਡ ਆ ਰਹੇ ਸੀਗੇ। ਤੇ ਹੁਣ ਜਿਹੜਾ ਕੈਂਡੀਡੇਟ ਹੈ ਜੇ ਉਹਦੇ ਇੱਕ ਮੋਡਿਊਲ ਦੇ ਵਿੱਚ ਘੱਟ ਬੈਂਡ ਨੇ, ਉਹ ਆਪਣੇ ਇੱਕ ਮੋਡਿਊਲ ਦਾ ਪੇਪਰ ਦੇ ਕੇ ਵੀ ਆਪਣਾ ਜਿਹੜਾ ਹੈ ਆਇਲਸ ਇੰਪਰੂਵ ਕਰ ਸਕਦੇ ਨੇ। ਸਮ ਟਾਈਮ ਬੱਚੇ ਨੂੰ 6 ਚ ਚਾਹੀਦਾ ਹੁੰਦਾ ਹੈ ਕੈਨੇਡਾ ਲਈ +2 ਤੋਂ ਬਾਅਦ, ਬਟ ਉਹਦੇ ਇੱਕ ਮੋਡਿਊਲ ਦੇ ਵਿੱਚ ਬਾਰ-ਬਾਰ ਜਿਹੜੇ ਹੈ 5.5 ਬੈਂਡ ਆਉਂਦੇ ਆ ਤੇ ਨਾ ਚਾਹੁੰਦੇ ਹੋਏ ਵੀ ਕੈਂਡੀਡੇਟ ਆਪਣੀ ਨੌਨ SDS ਦੇ ਵਿੱਚ ਫਾਈਲ ਲਾਉਂਦਾ ਹੈ। ਤੇ ਹੁਣ ਬੱਚੇ ਜਿਹੜੇ ਹੈ ਇੱਕ ਮੋਡਿਊਲ ਨੂੰ ਵੀ ਰਿਪੀਟ ਕਰ ਸਕਦੇ ਆ। ਆਇਲਸ ਦੀ ਜਿਹੜੀ ਫੀਸ ਹੈ ਉਹ ਸੇਮ ਰਹੇਗੀ। ਉਸ ਤੋਂ ਬਾਅਦ ਉਹ ਆਪਣੇ ਇੱਕ ਮੋਡਿਊਲ ਨੂੰ ਰਿਪੀਟ ਕਰਕੇ ਆਪਣਾ ਜਿਹੜਾ ਆਇਲਸ ਦਾ ਸਕੋਰ ਹੈ ਉਹ ਇਨਕਰੀਜ਼ ਕਰ ਸਕਦਾ ਹੈ। ਤੇ ਇਸ ਤੋਂ ਇਲਾਵਾ ਮੈਮ
ਜਿਹੜੇ ਸਟੂਡੈਂਟ ਉੱਥੇ ਜਾ ਕੇ ਪੀਆਰ ਦੀ ਆਪਣੀ ਐਪਲੀਕੇਸ਼ਨ ਜਿਹੜੀ ਪੁੱਟ ਕਰਦੇ ਆ ਤੇ ਜਦੋਂ ਉਹਨਾਂ ਦੀ ਪੀਆਰ ਦੀ ਫਾਈਲ ਲੱਗੀ ਹੁੰਦੀ ਆ ਉਹਦੇ ਵਿੱਚ ਵਿਚਾਲੇ ਜਦੋਂ ਬੱਚੇ ਦਾ ਜਿਹੜਾ ਵਰਕ ਪਰਮਿਟ ਹੈ ਓਪਨ ਵਰਕ ਪਰਮਿਟ ਹੁੰਦਾ ਹੈ ਉਹ ਐਕਸਪਾਇਰ ਹੋਣ ਵਾਲਾ ਹੁੰਦਾ ਹੈ ਨਾਲ ਦੇ ਨਾਲ ਹੁਣ ਬ੍ਰਿਜਿੰਗ ਵੀਜ਼ਾ ਵੀ ਕੈਨੇਡਾ ਨੇ ਸਟਾਰਟ ਕਰਤਾ ਹੈ ਕਿ ਤੁਹਾਡੀ ਪੀਆਰ ਨੂੰ ਜੇ ਆਉਣ 'ਚ ਟਾਈਮ ਹੈ ਤੁਸੀਂ ਬ੍ਰਿਜਿੰਗ ਵੀਜ਼ਾ ਦੁਬਾਰਾ ਆਪਣਾ ਜਿਹੜਾ ਓਪਨ ਵਰਕ ਪਰਮਿਟ ਹੈ ਉਹ ਲੈ ਸਕਦੇ ਹੋ ਟਿਲ ਟਾਈਮ ਯੋਰ ਪੀਆਰ ਨਹੀਂ ਆਉਂਦੀ ਹੈ। ਜੀ 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 ਬਿਲਕੁਲ। ਸੋ ਜਿਵੇਂ ਤੁਸੀਂ ਆਇਲਸ ਦੀ ਗੱਲ ਕੀਤੀ ਕਿ ਇੱਕ ਮੋਡਿਊਲ ਵਿੱਚ ਅਗਰ ਘੱਟ ਹੈ ਦੁਬਾਰਾ ਉਸੇ ਸਿਰਫ ਇੱਕ ਮੋਡਿਊਲ ਦੇ ਵਿੱਚ ਹੀ ਦੁਬਾਰਾ ਰੀਅਪੀਅਰ ਕਰਕੇ ਆਪਣਾ ਡਿਜ਼ਾਇਰਡ ਸਕੋਰ ਅਚੀਵ ਕਰ ਸਕਦੇ ਨੇ। ਸੋ ਕਿਤੇ ਨਾ ਕਿਤੇ ਆਪਾਂ ਜ਼ਰੂਰ ਵੇਖਦੇ ਹਾਂ ਕਿ ਜਿਹੜੇ ਸਾਡੇ ਸਟੂਡੈਂਟਸ ਨੇ ਆਇਲਸ ਨੂੰ ਲੈ ਕੇ ਦਿੱਕਤ ਬਣੀ ਰਹਿੰਦੀ ਹੈ ਪਰ ਇੱਥੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਐਸਡੀਐਸ ਤੇ ਨਾਨ ਐਸਡੀਐਸ ਨੂੰ ਲੈ ਕੇ ਕੀ ਅਪਡੇਟ ਆਪਾਂ ਸਮਝ ਸਕਦੇ ਹਾਂ ਕਿ ਐਸਡੀਐਸ ਦੇ ਜ਼ਿਆਦਾ ਵਧੀਆ ਸਕਸੈਸ ਰੇਟ ਆ ਰਿਹਾ ਹੈ ਨਾਨ ਐਸਡੀਐਸ ਦੀ ਸਕਸੈਸ ਰੇਟ ਘੱਟ ਹੈ ਰਿਫਿਊਜ਼ਲ ਜ਼ਿਆਦਾ ਹੈ ਕਿ ਇਸ ਨੂੰ ਵੀ ਸਮਝਣਾ ਚਾਹਾਂਗੇ। ਜੇ ਆਪਾਂ ਗੱਲ ਕਰੀਏ ਕਿ ਬੱਚੇ ਦਾ ਪੂਰਾ ਮਨ ਬਣਿਆ ਹੋਇਆ ਹੈ ਕਿ ਉਹਨੇ ਕੈਨੇਡਾ ਹੀ ਜਾਣਾ ਹੈ ਤੇ ਅਸੀਂ ਸਾਰੇ ਰეკਮੈਂਡ ਕਰਦੇ ਹਾਂ ਕਿ ਤੁਸੀਂ ਐਸਡੀਐਸ ਦੇ ਰਾਹੀਂ ਆਪਣੀ ਫਾਈਲ ਜਿਹੜੀ ਹੈ ਉਹ ਐਮਬੈਸੀ ਦੇ ਵਿੱਚ ਲਾਓ। ਐਸਡੀਐਸ ਦੇ ਵਿੱਚ 5 ਰੂਲ ਹੁੰਦੇ ਆ ਜੋ ਸਾਨੂੰ ਫੋਲੋ ਕਰਨੇ ਹੁੰਦੇ ਆ। ਇੱਕ ਹੁੰਦਾ ਹੈ ਕਿ ਬੱਚੇ ਦਾ ਜਿਹੜਾ ਮਿਨੀਮਮ ਸਕੋਰ ਹੈ 65% +2 ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ 6 ਈਚ ਔਨ ਦ ਆਇਲਸ ਦੇ ਵਿੱਚ ਬੈਂਡ ਹੋਣੇ ਚਾਹੀਦੇ ਆ। 1 ਈਅਰ ਦੀ ਟਿਊਸ਼ਨ ਫੀਸ ਉਹਨੂੰ ਯੂਨੀਵਰਸਿਟੀ ਜਾਂ ਕਾਲਜ ਜਿੱਥੇ ਵੀ ਉਹਨੇ ਐਡਮਿਸ਼ਨ ਲਿੱਤਾ ਉਹ ਟ੍ਰਾਂਸਫਰ ਹੋਣੀ ਚਾਹੀਦੀ ਹੈ। 1 ਈਅਰ ਦਾ ਜਿਹੜਾ ਲਿਵਿੰਗ ਐਕਸਪੈਂਸ ਹੈ ਉਹਦੇ ਲਈ ਉਹਨੂੰ ਆਪਣਾ ਜਿਹੜਾ ਅਕਾਊਂਟ ਹੈ GIC ਅਕਾਊਂਟ ਆਪਣਾ ਕੈਨੇਡਾ ਦੇ ਵਿੱਚ ਓਪਨ ਕਰਕੇ ਉੱਥੇ ਆਪਣਾ 1 ਸਾਲ ਦਾ ਜਿਹੜਾ ਲਿਵਿੰਗ ਐਕਸਪੈਂਸ ਹੈ $10,200 ਉਹ ਉੱਥੇ ਫਾਰਵਰਡ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਦਾ ਕੋਈ ਵੀ ਰਿਫਿਊਜ਼ਲ ਰਿਕਾਰਡ ਨਹੀਂ ਹੋਣਾ ਚਾਹੀਦਾ। ਇਹ ਜਿਹੜੇ 5 ਪੁਆਇੰਟ ਜੇ ਸਾਡੇ ਫਾਈਲ ਦੇ ਵਿੱਚ ਕੰਪਲੀਟ ਹੈ ਤੁਸੀਂ ਆਪਣੀ ਫਾਈਲ SDS ਦੇ ਰਾਹੀਂ ਆਪਣੀ ਲਾ ਸਕਦੇ ਹੋ ਤੇ ਵੀਜ਼ੇ ਦੀ ਪੂਰੀ ਸ਼ੋਰਿਟੀ ਰਹਿੰਦੀ ਹੈ ਕਿ ਤੁਹਾਡੀ ਫਾਈਲ ਦੇ ਵਿੱਚ ਕੋਈ ਪੁਆਇੰਟ ਨਹੀਂ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਗੱਲ ਹੈ ਇੱਕ ਕੰਸਲਟੈਂਟ ਕਿਉਂਕਿ ਉਹੀ ਤੁਹਾਨੂੰ ਸਿਖਾਉਂਦਾ ਹੈ ਕਿ ਕਿਵੇਂ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਸਲਟੈਂਟ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿ ਉਹ ਲਾਇਸੈਂਸ ਅਪਰੂਵਡ ਹੈ ਵੀ ਹੈ ਕਿ ਨਹੀਂ ਕੀ ਉਹਦੇ ਕੋਲ ਐਕਸਪੀਰੀਅੰਸ ਹੈ ਕਿ ਨਹੀਂ ਕੀ ਉਹਨੂੰ ਉਹ ਨੌਲੇਜ ਵੀ ਹੈ ਕਿ ਨਹੀਂ ਕੀ ਉਹਨੇ ਪਰਸਨਲੀ ਐਕਸਪੀਰੀਅੰਸ ਕੀਤਾ ਹੈ ਕਿ ਇੱਥੋਂ ਜਾਣ ਤੋਂ ਬਾਅਦ ਜਿਹੜੀ ਲੋਕੇਸ਼ਨ ਦੇ ਵਿੱਚ ਉਹ ਤੁਹਾਨੂੰ ਐਡਮਿਸ਼ਨ ਕਰਾ ਰਿਹਾ ਉੱਥੇ ਜਾ ਕੇ ਤੁਹਾਨੂੰ ਰਹਿਣ ਦੇ ਵਿੱਚ ਉੱਥੇ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਏਗੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਇਹ ਕਨਫਰਮ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਲੋਕੇਸ਼ਨ ਹੈ ਜੋ ਤੁਹਾਡਾ ਕਾਲਜ ਹੈ ਉਹ ਅਪਰੂਵਡ ਵੀ ਹੈ ਕਿ ਨਹੀਂ। ਬਹੁਤ ਸਾਰੇ ਇੱਦਾਂ ਦੇ ਵੀ ਲੋਕੀ ਨੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਉਹਨਾਂ ਨੂੰ ਕੋਈ ਵੀ ਗਲਤ ਕਾਲਜ ਦੇ ਵਿੱਚ ਜਿੱਥੇ ਜਾ ਕੇ ਬੱਚੇ ਨੂੰ ਨਾ ਤਾਂ ਪੜ੍ਹਾਈ ਮਿਲਦੀ ਹੈ ਨਾ ਹੀ ਬਾਅਦ ਚ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ। ਇਹ ਗੱਲਾਂ ਦਾ ਅਸੀਂ ਬਹੁਤ ਧਿਆਨ ਰੱਖਣਾ ਹੈ ਤਾਂ ਕਿ ਆਪਾਂ ਜਿਹੜੀ ਆਪਣੀ ਸਟੂਡੈਂਟ ਵੀਜ਼ਾ ਦੀ ਜਿਹੜੀ ਫਾਈਲ ਰਿਪਰੈਜ਼ੈਂਟ ਕਰ ਰਹੇ ਹਾਂ ਬਾਅਦ ਚ ਜਾਣ ਤੋਂ ਬਾਅਦ ਵੀ ਤੁਹਾਨੂੰ ਕੋਈ ਦਿੱਕਤ ਨਾ ਆਏ। ਜੀ 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 ਬਿਲਕੁਲ। ਸੋ ਉਮੀਦ ਕਰਦੇ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਸਟੂਡੈਂਟਸ ਨੂੰ ਕਈ ਵਾਰੀ ਬਹੁਤ ਜ਼ਿਆਦਾ ਇੱਧਰ ਉੱਧਰੋਂ ਗੱਲਾਂ ਪਤਾ ਚੱਲਦੀਆਂ ਨੇ ਫਿਰ ਉਹ ਸਮਝ ਨਹੀਂ ਪਾਉਂਦੇ ਸਾਡੇ ਲਈ ਸਹੀ ਕੀ ਹੈ ਕੀ ਗਲਤ ਹੈ। ਸੋ ਉਸਦੇ ਲਈ ਇੱਕ ਚੰਗਾ ਕੰਸਲਟੈਂਟ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਤਾਂ ਕਿ ਜੋ ਤੁਹਾਡੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਦੇਖਣ ਤੁਸੀਂ ਕਿੱਥੇ ਐਲੀਜੀਬਲ ਹੋ ਤੁਹਾਨੂੰ ਪਤਾ ਚੱਲ ਸਕੇ ਉਸ ਤੋਂ ਬਾਅਦ ਹੀ ਤੁਸੀਂ ਅਪਲਾਈ ਕਰੋ ਕਿਉਂਕਿ ਅਸੀਂ ਬਹੁਤ ਵਾਰੀ ਦੇਖਦੇ ਹਾਂ ਕਈ ਸਟੂਡੈਂਟਸ ਆਪਣੀ ਜ਼ਿੱਦ ਦੇ ਨਾਲ ਵੀ ਅਪਲਾਈ ਕਰਵਾਉਂਦੇ ਨੇ ਜਿੱਥੇ ਐਲੀਜੀਬਲ ਨਹੀਂ ਹੈ ਬਸ ਦੇਖਦੇ ਰਿਸ਼ਤੇਦਾਰ ਸਾਡੇ ਉੱਥੇ ਨੇ ਬਸ ਉੱਥੇ ਸਾਡਾ ਜੋ ਹੈ ਅਪਲਾਈ ਕਰ ਦਿਓ ਤਾਂ ਉਸ ਦਾ ਖਾਮਿਆਜ਼ਾ ਸਟੂਡੈਂਟ ਨੂੰ ਵੀ ਭੁਗਤਣਾ ਪੈਂਦਾ ਹੈ ਕੰਸਲਟੈਂਟ ਨੂੰ ਵੀ ਭੁਗਤਣਾ ਪੈਂਦਾ ਜਦੋਂ ਰਿਫਿਊਜ਼ਲ ਆ ਜਾਂਦੀ ਹੈ। ਚਲੋ ਹੁਣ ਰਿਫਿਊਜ਼ਲ ਕੇਸਿਸ ਦੀ ਵੀ ਗੱਲ ਮੈਂ ਜ਼ਰੂਰ ਕਰਨਾ ਚਾਹਾਂਗੀ ਕਿ ਰਿਫਿਊਜ਼ਲ ਜਦ ਆਉਣ ਤੋਂ ਬਾਅਦ ਦੁਬਾਰਾ ਸਟੂਡੈਂਟ ਰੀ ਅਪਲਾਈ ਕਰਨ ਜਾਂਦਾ ਹੈ ਤਾਂ ਉਸਨੂੰ ਕਿਹੜੀ ਚੀਜ਼ਾਂ ਦਾ ਜਾਂ ਕੰਸਲਟੈਂਟ ਨੂੰ ਕਿਹੜੀ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਦੁਬਾਰਾ ਰਿਫਿਊਜ਼ਲ ਫੇਸ ਨਾ ਕਰਨੀ ਪਵੇ। ਬਿਲਕੁਲ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ SDS ਤੇ ਨਾਨ SDS ਜੇ ਕੈਂਡੀਡੇਟ ਕੋਲ ਆਲਰੇਡੀ ਰਿਫਿਊਜ਼ਲ ਹੈ ਜੇ ਉਹਦੇ ਕੋਲ ਇੱਕ ਮੋਡਿਊਲ ਦੇ ਵਿੱਚ 5.5 ਹੈ ਕੈਂਡੀਡੇਟ ਆਪਣੀ ਜਿਹੜੀ ਫਾਈਲ ਹੈ ਜਿਹੜਾ ਇੱਕ ਐਪਲੀਕੈਂਟ ਹੈ ਜੋ ਫਾਈਲ ਆਪਣੀ ਲਾ ਰਿਹਾ ਹੈ ਬੱਚਾ ਉਹ ਨਾਨ SDS ਦੇ ਥਰੂ ਵੀ ਆਪਣੀ ਫਾਈਲ ਲਾ ਸਕਦਾ ਹੈ। ਨਾਨ SDS ਤੇ SDS ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ। ਨਾਨ SDS ਦੇ ਵਿੱਚ ਜੇ ਤੁਸੀਂ PTE ਕੀਤੀ ਹੈ ਤਾਂ ਵੀ ਤੁਹਾਡੀ ਫਾਈਲ ਜਿਹੜੀ ਹੈ ਨਾਨ ਐਸਡੀਐਸ ਦੇ ਵਿੱਚ ਹੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਮੈਂ ਸਾਰਿਆਂ ਨੂੰ ਇਹ ਰეკਮੈਂਡ ਕਰਾਂਗੀ ਜੇ ਤੁਹਾਡਾ ਕੋਈ ਰਿਫਿਊਜ਼ਲ ਕੇਸ ਹੈ ਤਾਂ ਜ਼ਰੂਰੀ ਹੈ ਤੁਹਾਨੂੰ ਕਿ ਆਪਣੀ ਫਾਈਲ ਦੇ ਵਿੱਚ ਇੱਕ IRCC ਮੈਂਬਰ ਜੋ ਕਿ ਕੈਨੇਡਾ ਦੇ ਅਪਰੂਵਡ ਲਾਇਰ ਹੁੰਦੇ ਆ ਉਹਨਾਂ ਤੋਂ ਰਿਪਰੈਜ਼ੈਂਟ ਜ਼ਰੂਰ ਕਰਾਓ ਬਿਕੋਜ਼ ਦੇ ਹੈਵ ਡਿਫਰੈਂਟ ਪੋਰਟਲਸ ਤੇ ਉਹਨਾਂ ਦੇ ਵਿੱਚ ਤੁਹਾਨੂੰ ਸਕਸੈਸ ਰੇਟ ਵੀ ਮਿਲਦਾ ਹੈ ਨਾਲ ਜੇ ਕੋਈ ਫਾਈਲ ਦੇ ਵਿੱਚ ਦੇ ਵਾਂਟ ਮੋਰ ਇਨਫੋਰਮੇਸ਼ਨ ਅੱਜ ਕੱਲ੍ਹ ਤਾਂ ਜਿਵੇਂ ਇੰਟਰਵਿਊ ਆ ਗਈ ਹੈ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਜੇ ਆਪਣੀ ਫਾਈਲ ਲਾਇਰ ਦੇ ਕੋਲੋਂ ਲਾ ਰਹੇ ਹੋ ਤਾਂ ਉਹਨਾਂ ਨੂੰ ਵੀ ਡਾਕੂਮੈਂਟਸ ਦੀ ਡਿਮਾਂਡ ਜਿਹੜੀ ਹੈ ਉਹ ਆ ਜਾਂਦੀ ਸੀਗੀ ਤੇ ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਕਿ ਤੁਹਾਡਾ ਜਿਹੜਾ ਕੋਰਸ ਹੈ ਉਹ ਰੈਲੇਵੈਂਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਜਿਹੜੀ ਤੁਹਾਡੀ ਪ੍ਰੀਵੀਅਸ ਰਿਫਿਊਜ਼ਲ ਹੈ ਪਹਿਲਾਂ ਉਹਨੂੰ ਵੀ ਚੈੱਕ ਕਰੋ ਕਿ ਕਿਸ ਰੀਜ਼ਨ ਕਰਕੇ ਤੁਹਾਡੀ ਜਿਹੜੀ ਰਿਫਿਊਜ਼ਲ ਹੈ ਉਹ ਆਈ ਹੈ। ਸਮ ਟਾਈਮ ਤੁਹਾਡੇ ਡਾਕੂਮੈਂਟ ਹੀ
ਚੰਗੇ ਤਰੀਕੇ ਨਾਲ ਅਪਲੋਡ ਨਹੀਂ ਹੋਏ ਹੁੰਦੇ, ਸਮ ਟਾਈਮ ਤੁਹਾਡੇ ਫਾਰਮਸ ਦੇ ਵਿੱਚ ਵੀ ਇੱਕ ਐਪਲੀਕੇਸ਼ਨ ਜਿਹੜੇ ਫਾਰਮਸ ਹੁੰਦੇ ਉਹਨਾਂ ਦੇ ਵਿੱਚ ਵੀ ਮਿਸਟੇਕ ਹੁੰਦੀ ਹੈ, ਸਮ ਟਾਈਮ ਹੁੰਦਾ ਹੈ ਕਿ ਕਾਲਜ ਦੇ ਵਿੱਚ ਤੁਹਾਡੀ ਸੀਟ ਹੀ ਨਹੀਂ ਐਕਸੈਪਟਡ ਹੁੰਦੀ। ਬਹੁਤ ਸਾਰੀਆਂ ਗੱਲਾਂ ਜਿਹੜੀ ਹੈ ਇੱਕ ਐਕਸਪੀਰੀਅੰਸ ਕੰਸਲਟੈਂਟ ਨੂੰ ਪਤਾ ਹੁੰਦਾ ਹੈ ਕਿ ਕਿਸ ਕਰਕੇ ਤੁਹਾਡੀ ਜਿਹੜੀ ਰਿਫਿਊਜ਼ਲ ਹੈ ਉਹ ਆਈ ਹੈ। ਜੀ 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 ਬਿਲਕੁਲ। ਸੋ ਕਿਉਂਕਿ ਇੱਕ ਵਾਰੀ ਰਿਫਿਊਜ਼ਲ ਆ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਤਾਸ਼ ਹੋ ਜਾਓ ਜਾਂ ਤੁਸੀਂ ਆਪਣਾ ਕੌਨਫੀਡੈਂਸ ਲੂਜ਼ ਕਰ ਜਾਓ। ਅਗਰ ਇੱਕ ਚੰਗੇ ਕੰਸਲਟੈਂਟ ਕੋਲ ਤੁਸੀਂ ਆਪਣੀ ਪ੍ਰੋਫਾਈਲ ਦੇਣੇ ਹੋ ਤਾਂ ਰਿਫਿਊਜ਼ਲ ਤੋਂ ਬਾਅਦ ਵੀ ਉਹ ਜੋ ਹੈ ਸਹੀ ਤਰੀਕੇ ਨਾਲ ਕੰਮ ਕਰਕੇ ਤੁਹਾਡੀ ਪ੍ਰੋਫਾਈਲ ਦੇ ਉੱਪਰ ਵੀਜ਼ਾ ਲੈ ਕੇ ਆ ਸਕਦੇ ਨੇ। ਸੋ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਰਿਜ਼ਲਟਸ ਦੀ ਹੁਣ ਆਪਾਂ ਉਮੀਦ ਕਰਦੇ ਹਾਂ, ਕਿਸ ਤਰ੍ਹਾਂ ਦੇ ਟ੍ਰੈਂਡਸ ਦੀ ਉਮੀਦ ਕਰਦੇ ਹਾਂ? ਹੁਣ ਨਵਾਂ ਸਾਲ ਅੱਗੋਂ ਸ਼ੁਰੂ ਹੋਏਗਾ 2023 ਦੀ ਅਗਰ ਗੱਲ ਕਰੀਏ, ਕੀ ਲੱਗਦਾ? ਹਾਲਾਂਕਿ ਜੋ ਅਪਡੇਟਸ ਨੇ ਉਸ ਤੋਂ ਤਾਂ ਇਹੀ ਲੱਗ ਰਿਹਾ ਕਿ ਕੈਨੇਡਾ ਵੈਲਕਮ ਕਰ ਰਿਹਾ, ਸਟੂਡੈਂਟਸ ਨੂੰ ਇਨਵਾਈਟ ਵੀ ਕਰ ਰਿਹਾ, ਪਰ ਜੋ ਪਿੱਛੇ ਪਹਿਲਾਂ ਰਿਫਿਊਜ਼ਲ ਬਹੁਤ ਸੀ, ਅੱਛੀਆਂ ਪ੍ਰੋਫਾਈਲ ਦੇ ਉੱਪਰ ਵੀ ਰਿਫਿਊਜ਼ਲ ਆਈ ਸੀ, ਅੱਗੋਂ ਦੀ ਸਥਿਤੀ ਕੀ ਦਿਖਦੀ ਹੈ? ਜੇ ਅਸੀਂ ਗੱਲ ਕਰੀਏ ਰਿਫਿਊਜ਼ਲਸ, ਜਿਹੜੀ ਚੰਗੇ ਪ੍ਰੋਫਾਈਲ ਤੇ ਗੱਲ ਕਰਦੇ ਹਾਂ ਕਿ ਰਿਫਿਊਜ਼ਲ ਆ ਗਈ ਜੀ, ਜਿੰਨਾ ਵੀ ਸਾਡਾ ਜਿਹੜਾ ਐਕਸਪੀਰੀਅੰਸ ਹੈ, ਅੱਜ ਮੈਨੂੰ ਵੀ ਇਸ ਇੰਡਸਟਰੀ ਦੇ ਵਿੱਚ 12 ਸਾਲ ਹੋ ਚੁੱਕੇ ਨੇ ਜੀ, ਜਿੰਨਾ ਵੀ ਮੇਰਾ ਐਕਸਪੀਰੀਅੰਸ ਰਿਹਾ ਇਸ ਇੰਡਸਟਰੀ ਦੇ ਵਿੱਚ, देयर इज ਸਮ ਰੀਜ਼ਨਸ। ਜਦੋਂ ਵੀ ਕੋਈ ਰਿਫਿਊਜ਼ਲ ਆਂਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜਿਵੇਂ ਲੋਕਡਾਊਨ ਦੇ ਵਿੱਚ ਰਿਫਿਊਜ਼ਲਸ ਆਈ, ਉਹਦੇ ਪਿੱਛੇ ਇਹ ਸੀਗਾ ਕਿ ਕਾਲਜ ਉੱਥੇ ਵਰਕਿੰਗ ਨਹੀਂ ਸੀਗਾ ਐਂਡ ਵੀ ਵਰ ਆਸਕਿੰਗ ਫॉर ਦੀ ਵੀਜ਼ਾ। ਐਂਡ ਇਸ ਤੋਂ ਇਲਾਵਾ ਕਿ ਉਸ ਟਾਈਮ ਇੰਨਾ ਜ਼ਿਆਦਾ ਇੰਬੈਲੈਂਸ ਹੋ ਗਿਆ ਸੀਗਾ ਕਿ ਕੁਝ ਵੀ ਨਹੀਂ ਪਤਾ ਸੀਗਾ ਕਿ ਕਿੱਦਾਂ ਅੱਗੇ ਜਿਹੜਾ ਹੈ ਕਿ ਹੁਣ ਬੱਚਿਆਂ ਦੀ ਸਟੱਡੀਜ਼ ਕੰਟੀਨਿਊ ਹੋਏਗੀ। ਸਮ ਟਾਈਮ ਫਾਈਲ ਦੇ ਵਿੱਚ ਮਿਸਟੇਕ ਹੁੰਦੀ ਸੀਗੀ, ਸਮ ਟਾਈਮ ਇਰਰੈਲੇਵੈਂਸੀ ਹੁੰਦੀ ਸੀਗੀ। ਤੇ ਹੁਣ ਵੀ ਜਿਹੜੇ ਕੈਂਡੀਡੇਟ ਨੇ ਇਹਨਾਂ ਗੱਲਾਂ ਦਾ ਬਹੁਤ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਆਪਣੀ ਜਿਹੜੀ ਫਾਈਲ ਹੈ ਉਹ ਕਿੱਦਾਂ ਲਾ ਰਹੇ ਨੇ, ਕਿਹੜੇ ਕਾਲਜ ਦੇ ਵਿੱਚ ਲਾ ਰਹੇ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀ ਫਾਈਲ ਦੇ ਵਿੱਚ ਹੈ ਉਹ ਮਾਇਨੇ ਰੱਖਦੀ ਹੈ ਕਿਵੇਂ ਆਪਾਂ ਵੀਜ਼ਾ ਲੈਣਾ ਹੈ। ਤੇ ਇਸ ਤੋਂ ਇਲਾਵਾ ਮੈਮ ਪੀਆਰ ਦੇ ਬਾਰੇ ਅਸੀਂ ਗੱਲ ਕਰਾਂਗੇ। ਪੀਆਰ ਦੇ ਵਿੱਚ ਬੜਾ ਹੀ ਇੱਕ ਮਿਥ ਬਣਿਆ ਹੋਇਆ ਹੈ ਕਿ ਜੇ ਸਾਡਾ 777 ਆਏਗਾ ਜਾਂ 8777 ਸਕੋਰ ਆਏਗਾ ਤਾਂ ਹੀ ਆਪਾਂ ਜਿਹੜੀ ਆਪਣੀ ਫਾਈਲ ਹੈ ਪੀਆਰ ਦੇ ਵਿੱਚ ਲਾ ਸਕਦੇ ਹਾਂ। ਐਦਾਂ ਦਾ ਕੁਝ ਵੀ ਨਹੀਂ ਹੈ, ਬਿਕੋਜ਼ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਦਾਂ ਦੇ ਪ੍ਰੋਵਿੰਸਸ ਹੈਗੇ, ਬਹੁਤ ਸਾਰੇ ਐਦਾਂ ਦੇ ਪ੍ਰੋਗਰਾਮਸ ਹੈਗੇ ਜਿਹਦੇ ਵਿੱਚ ਤੁਸੀਂ 5 ਬੈਂਡ ਤੇ ਵੀ ਆਪਣੀ ਫਾਈਲ ਜਿਹੜੀ ਹੈ ਉਹ ਲਾ ਸਕਦੇ ਹੋ। ਜਿਵੇਂ RNIP ਪ੍ਰੋਗਰਾਮ ਹੈ, ਇਹ ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ। ਇਹਦੇ ਵਿੱਚ ਪਾਰਟਿਕੂਲਰ ਸਿਟੀਜ਼ ਹੈਗੀ ਜਿਹਦੇ ਵਿੱਚ ਤੁਸੀਂ 5 ਬੈਂਡ ਦੇ ਰਾਹੀਂ ਵੀ ਆਪਣੀ ਫਾਈਲ ਲਾ ਸਕਦੇ ਹੋ। ਇਸ ਤੋਂ ਇਲਾਵਾ ਐਟਲੈਂਟਿਕ ਪ੍ਰੋਵਿੰਸਸ, ਜਿਹੜੇ ਐਟਲੈਂਟਿਕ AIPP ਪ੍ਰੋਗਰਾਮ ਹੈ, ਉਹਦੇ ਅੰਡਰ ਵੀ ਬਹੁਤ ਸਾਰੇ ਇੱਦਾਂ ਦੇ ਪ੍ਰੋਵਿੰਸਸ ਹੈਗੇ ਜਿਹਦੇ ਵਿੱਚ ਤੁਸੀਂ ਆਪਣੀ 5 ਬੈਂਡ ਦੇ ਨਾਲ ਫਾਈਲ ਲਾ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਮ ਇੱਕ ਕੈਟੇਗਰੀ ਹੋਰ ਹੈ ਜਿਹਦੇ ਵਿੱਚ ਤੁਸੀਂ ਬਿਨਾਂ IELTS ਤੋਂ ਵੀ ਆਪਣੀ ਫਾਈਲ PR ਦੇ ਵਿੱਚ ਲਾ ਸਕਦੇ ਹੋ। ਥੀਜ਼ ਆਰ ਬੇਸਿਕਲੀ ਫॉर ਸਿੰਗਰਸ, ਡਾਇਰੈਕਟਰ, ਮਿਊਜ਼ਿਕ ਡਾਇਰੈਕਟਰਸ, ਪ੍ਰੋਡਿਊਸਰਸ ਐਂਡ ਜਿਹੜੇ ਸਾਡੇ ਐਕਟਰਸ ਨੇ, ਜਿਹੜੇ ਸਾਡੇ ਐਂਕਰਸ ਨੇ, ਜਿਹੜੇ ਸਾਡੇ ਅਸੀਂ ਪਲੇਅਰਸ, ਕੋਚ ਹੋ ਗਏ, ਇਹ ਸਾਰੀ ਜਿਹੜੀ ਕੈਟੇਗਰੀਜ਼ ਹੈ ਇਹਨਾਂ ਦੇ ਲਈ ਵਿਦਆਊਟ IELTS PR ਵੀ ਅਵੇਲੇਬਲ ਹੈ। Hi Simran. Hi ma'am. Congratulations. Thank you. Thank you ma'am. करो। सिमरन, आज आपका कनाडा का वीजा आया है तो आप इस पे अपने व्यूज शेयर करोगे। थैंक यू फॉर मैम दिस, ये मेरा बहुत टाइम से ड्रीम था जो आज कंप्लीट हो गया। थैंक्स अ लॉट मैम। So many congratulations to Mr. Deepak Pasi and his family for getting Canada PR with 5 bands in Canada, Newfoundland and Labrador. So many congratulations. Thank you so much. Many congratulations to Mr. Jatinder and Mamta ma'am for Canada exploratory visit with family. And सर ने अपना वीज़ा हमारे से अप्लाई किया और क्यूबिक इन्वेस्टमेंट वीज़ा कैटेगरी के अंडर सर का जो फाइल है वो अभी हमने अप्लाई किया हुआ है। तो ये सर गो वीज़ा के एंड से मैनी कॉन्ग्रेचुलेशन आपको। थैंक यू। प्लीज सर हैव अ सीट। और मुबारक आपको भी, अपने हमारी यार की बहुत जल्दी और बेस्ट हो गया। थैंक यू। अच्छी थी आपकी गाइडेंस भी, अच्छी थी सबकी, मैम ने बहुत गाइड किया हमें। थैंक यू वेरी मच। ओके। Done.
ਬਹੁਤ ਸਾਰੀ ਆਪਸ਼ਨਸ ਨੇ, ਬਹੁਤ ਸਾਰੇ ਰਸਤੇ ਨੇ। ਸੋ ਜੈਨੂਇਨ ਵੇ ਦੇ ਨਾਲ ਤੁਸੀਂ ਜਾਣਾ ਚਾਹੋ ਤਾਂ ਬਹੁਤ ਸਾਰੀ ਆਪਸ਼ਨਸ ਆ, ਪਰ ਗੱਲ ਉੱਥੇ ਆਉਂਦੀ ਕਿ ਚੰਗਾ ਕੰਸਲਟੈਂਟ ਹੀ ਤੁਹਾਨੂੰ ਇਹਨਾਂ ਸਾਰੀਆਂ ਆਪਸ਼ਨਸ ਬਾਰੇ ਡਿਟੇਲ ਵਿੱਚ ਦੱਸ ਸਕਦਾ ਹੈ, ਕਿਉਂਕਿ ਜਿਸ ਨੂੰ ਨੌਲੇਜ ਹੋਏਗੀ, ਜਿਸ ਨੇ ਰਿਸਰਚ ਕੀਤੀ ਹੈ, ਜਿਹਨੇ ਇਹਨਾਂ ਸਭ ਚੀਜ਼ਾਂ ਉੱਪਰ ਕੰਮ ਕੀਤਾ, ਉਹੀ ਤੁਹਾਨੂੰ ਗਾਈਡ ਕਰ ਸਕਣਗੇ। ਇਸ ਲਈ ਜ਼ਰੂਰ ਦੇਖ ਸਮਝ ਕੇ ਹੀ ਆਪਣੇ ਕੰਸਲਟੈਂਟ ਦੀ ਚੋਣ ਕਰਿਆ ਕਰੋ। ਅਸੀਂ ਬਾਰ-ਬਾਰ ਸ਼ੋਅ ਵਿੱਚ ਇਹ ਗੱਲ ਕਹਿੰਦੇ ਰਹਿੰਦੇ ਹਾਂ, ਕਿਉਂਕਿ ਸਟੂਡੈਂਟਸ ਦੀ ਬਹੁਤ ਚੰਗੀਆਂ ਪ੍ਰੋਫਾਈਲ ਦੇ ਉੱਪਰ ਜਦੋਂ ਅਸੀਂ ਵੀ ਰਿਫਿਊਜ਼ਲ ਲੱਗੀ ਦੇਖਦੇ ਹਾਂ, ਸਾਨੂੰ ਵੀ ਬੜਾ ਦੁੱਖ ਲੱਗਦਾ ਹੈ ਕਿ ਬੜੇ ਸੁਪਨੇ ਸਜਾਏ ਹੁੰਦੇ ਨੇ ਸਟੂਡੈਂਟਸ ਨੇ, ਸਿਰਫ ਸਟੂਡੈਂਟ ਹੀ ਨਹੀਂ, ਉਹਨਾਂ ਦੀ ਪੂਰੀ ਫੈਮਿਲੀ ਦੇ ਜੋ ਹੈ ਸੁਪਨੇ ਸਜੇ ਹੁੰਦੇ ਨੇ ਇੱਕ ਪ੍ਰੋਫਾਈਲ ਦੇ ਨਾਲ। ਤੇ ਇਸ ਲਈ ਰਿਫਿਊਜ਼ਲ ਨਾ ਲੱਗੇ ਤੁਹਾਡੀ ਪ੍ਰੋਫਾਈਲ ਦੇ ਉੱਪਰ, ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ, ਅਸੀਂ ਹਮੇਸ਼ਾ ਡਿਸਕਸ ਕਰਦੇ ਰਹਿੰਦੇ ਹਾਂ ਤੇ ਇਸੇ ਤਰ੍ਹਾਂ ਡਿਸਕਸ ਕਰਦੇ ਵੀ ਰਵਾਂਗੇ। ਲਗਾਤਾਰ ਨੰਬਰ ਡਿਸਪਲੇ ਹੈ ਜੀ, ਤੁਹਾਡਾ ਆਪਣਾ ਵੀ ਕੋਈ ਸਵਾਲ ਹੋਵੇ ਪ੍ਰੋਫਾਈਲ ਨੂੰ ਲੈ ਕੇ, ਅਪਲਾਈ ਕਰਨਾ ਚਾਹੁੰਦੇ ਹੋ, ਕਿਤੇ ਸਮਝ ਨਹੀਂ ਆ ਰਿਹਾ ਕਿੱਥੇ ਅਪਲਾਈ ਕਰੀਏ, ਕਿੱਥੇ ਐਲੀਜੀਬਲ ਹੋ, ਤਾਂ ਆਪਣੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਸਲਾਹ ਲੈ ਸਕਦੇ ਹੋ। ਸੈਕਟਰ 82 ਮੁਹਾਲੀ ਦੇ ਵਿੱਚ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰੋ। ਅਸੈਸਮੈਂਟ ਕਿੰਨੀ ਕੁ ਜ਼ਰੂਰੀ ਰਹਿੰਦੀ ਹੈ, ਕਿਉਂਕਿ ਸਟੂਡੈਂਟਸ ਇੱਕ ਤਾਂ ਪਹਿਲਾਂ ਆਪਣਾ ਮਾਈਂਡ ਬਣਾ ਕੇ ਆਉਂਦੇ ਨੇ ਕਿ ਅਸੀਂ ਫਲਾਣੀ ਥਾਂ ਹੀ ਜਾਣਾ ਜੀ, ਮੇਰਾ ਦੋਸਤ, ਮੇਰਾ ਭਰਾ, ਮੇਰੀ ਭੈਣ ਫਲਾਣੀ ਥਾਂ ਗਈ ਹੈ, ਮੈਂ ਵੀ ਜਾਊਂ, ਪਰ ਡਾਕੂਮੈਂਟਸ ਦੀ ਅਸੈਸਮੈਂਟ ਕਿੰਨੀ ਕੁ ਜ਼ਰੂਰੀ ਹੈ? ਮੈਮ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਮ ਟਾਈਮ ਬੱਚੇ ਦੇ ਕੋਲ ਮੈਡੀਕਲ ਹੁੰਦਾ ਹੈ ਹਾਂਜੀ, ਤੇ ਉਹਨੂੰ ਗਾਈਡ ਕੀਤਾ ਜਾਂਦਾ ਹੈ ਕਿ ਤੁਸੀਂ ਮੈਡੀਕਲ ਕੋਰਸਸ ਲੈ ਲਓ, ਬਟ ਸਟੂਡੈਂਟ ਦੇ ਕੋਲ ਮੈਥਸ ਨਹੀਂ ਹੁੰਦਾ। ਤੇ ਇਹ ਅਸੈਸਮੈਂਟ ਤੇ ਡਿਪੈਂਡ ਕਰਦਾ ਹੈ ਕਿ ਕਿਹੜੇ ਕੋਰਸਸ ਤੁਹਾਨੂੰ ਜਿਹੜੇ ਹੈ ਜਿਹਦੇ ਵਿੱਚ ਵੀਜ਼ਾ ਵੀ ਆਏਗਾ। ਸਮ ਟਾਈਮ ਯੂ ਗੋਟ ਐਡਮਿਸ਼ਨ ਬਟ ਤੁਹਾਡਾ ਵੀਜ਼ਾ ਜਿਹੜਾ ਉਹ ਨਹੀਂ ਆ ਪਾਉਂਦਾ, ਤੇ ਇਹ ਅਸੈਸਮੈਂਟ ਹੀ ਹੁੰਦੀ ਹੈ ਤੁਹਾਡੀ ਪ੍ਰੋਪਰ, ਬਿਕੋਜ਼ ਸਾਡੀ ਜਿਹੜੀ ਟੀਮ ਹੈ ਵੀ ਹੈਵ ਡਿਫਰੈਂਟ ਡਿਪਾਰਟਮੈਂਟ ਫॉर ਦੀ ਅਸੈਸਮੈਂਟ, ਜੋ ਕਿ ਤੁਹਾਡੀ ਪ੍ਰੋਪਰ ਅਸੈਸਮੈਂਟ ਕਰਦਾ ਹੈ ਕਿ ਕਿਹੜੇ ਕਾਲਜ ਦੇ ਵਿੱਚ, ਕਿਹੜੇ ਇਨਟੇਕ ਦੇ ਵਿੱਚ ਕਿਹੜਾ ਕੋਰਸ ਤੁਹਾਨੂੰ ਮਿਲੇਗਾ ਜਿਹਦੇ ਵਿੱਚ ਤੁਹਾਨੂੰ PR ਵੀ ਬਾਅਦ ਚ ਮਿਲਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ। ਕਿਸੇ ਦੀ ਗੱਲਾਂ 'ਚ ਆ ਕੇ ਆਪਣੇ ਫਿਊਚਰ ਦੇ ਨਾਲ ਕੋਈ ਵੀ ਐਦਾ ਦਾ ਨਹੀਂ ਕਰਨਾ ਕਿ ਬਾਅਦ ਚ ਸਾਨੂੰ ਇਹਦਾ ਜਿਹੜਾ ਰਿਜ਼ਲਟ ਹੈ ਉਹ ਦੇਖਣਾ ਪਵੇ ਕਿ ਸਾਡਾ ਵੀਜ਼ਾ ਨਹੀਂ ਆਇਆ। ਤੇ ਅਸੈਸਮੈਂਟ ਦੇ ਵਿੱਚ ਵੀ ਆਰ ਆਲਸੋ ਪ੍ਰੋਵਾਈਡਿੰਗ ਫॉर PR ਦੇ ਵਿੱਚ ਸਾਡੇ ਪੈਨਲ ਤੇ ਕਾਫੀ ਲਾਇਰਸ ਨੇ ਕੈਨੇਡਾ ਦੇ ਵਿੱਚ ਜੋ ਕਿ ਸਾਡੇ ਨਾਲ ਕੰਮ ਕਰ ਰਹੇ ਨੇ, ਜੋ ਕਿ ਤੁਹਾਡੀ PR ਦੀ ਜਿਹੜੀ ਅਸੈਸਮੈਂਟ ਹੈ ਪ੍ਰੋਪਰ ਵੇ ਦੇ ਵਿੱਚ ਤੁਹਾਡੀ ਈਮੇਲ ਤੇ ਭੇਜਦੇ ਨੇ, ਤੁਹਾਨੂੰ ਪ੍ਰੋਪਰ ਦੱਸਦੇ ਨੇ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡੇ ਕਿੰਨੇ ਪੁਆਇੰਟਸ ਨੇ, ਕਿੰਨੇ ਪੁਆਇੰਟਸ ਦੇ ਥਰੂ ਤੁਸੀਂ PR ਲੈ ਸਕਦੇ ਹੋ। ਤੇ ਇਹ ਬਹੁਤ ਹੀ ਵਧੀਆ ਚੀਜ਼ ਹੈ। ਸਟੂਡੈਂਟ ਵੀਜ਼ਾ ਲਈ ਅਸੀਂ ਫ੍ਰੀ ਆਫ ਕਾਸਟ ਬੱਚੇ ਨੂੰ ਆਫਰ ਕਰ ਰਹੇ ਹਾਂ ਕਿ ਤੁਸੀਂ ਆਪਣੀ ਅਸੈਸਮੈਂਟ ਕਰਾਓ ਤੇ ਨਾਲ ਦੇ ਨਾਲ ਆਪਣੀ ਜਿਹੜੀ ਸੀਟ ਹੈ ਉਹਨੂੰ ਗ੍ਰੈਬ ਕਰੋ ਤੇ ਆਪਣਾ ਵੀਜ਼ਾ ਲਓ। ਜੀ ਬਿਲਕੁਲ। ਤੇ ਆਈ ਹੋਪ ਕਿ ਕੈਨੇਡਾ ਨੂੰ ਲੈ ਕੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹੋਣਗੀਆਂ। ਨਾਲ ਦੀ ਨਾਲ ਅੱਜ ਆਪਾਂ ਹੁਣ UK ਬਾਰੇ ਵੀ ਗੱਲ ਜ਼ਰੂਰ ਕਰਾਂਗੇ। UK ਦੇ ਪਹਿਲਾਂ ਆਫਰ ਲੈਟਰ ਬਾਰੇ ਦੱਸੋ ਕਿ ਕਿੰਨਾ ਕੁ ਡਿਲੇ ਚੱਲ ਰਿਹਾ ਹੈ, ਕਿੰਨੇ ਟਾਈਮ ਵਿੱਚ ਆ ਰਿਹਾ ਹੈ? ਸਭ ਤੋਂ ਪਹਿਲਾਂ ਤਾਂ ਸਟੂਡੈਂਟ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਉਹਨੇ ਆਫਰ ਲੈਟਰ ਅਪਲਾਈ ਕਰਨੀ ਹੈ ਤੇ ਉਹਦੀ ਰਿਕੁਆਇਰਮੈਂਟ ਕੀ ਹੈ। ਹੁੰਦਾ ਕੀ ਹੈ, ਬੱਚੇ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਜੀ ਡਾਕੂਮੈਂਟਸ ਜਿਹੜੇ ਆ ਉਹ ਪ੍ਰੋਵਾਈਡ ਕਰਤੇ ਆ, ਹੁਣ ਇਹ ਕੰਸਲਟੈਂਟ ਦੀ ਜੌਬ ਹੈ ਕਿ ਸਾਡੀ ਆਫਰ ਲੈਟਰ ਜਿਹੜੀ ਹੈ ਨਾਲ ਦੇ ਨਾਲ ਵਿਦਨ ਅ ਵੀਕ ਆ ਜਾਏ। ਪਰ ਇਹਦੇ ਵਿੱਚ ਸਾਨੂੰ ਲੈਟਰ ਆਫ ਰਿਕਮੈਂਡੇਸ਼ਨ ਵੀ ਰਿਕੁਆਇਰਡ ਹੁੰਦੀ ਹੈ। UK ਦਾ ਇਹ ਸ਼ੁਰੂ ਤੋਂ ਹੀ ਰੂਲ ਰਿਹਾ ਹੈ ਕਿ ਉਹ ਸਮ ਟਾਈਮ ਲੈਟਰ ਆਫ ਰਿਕਮੈਂਡੇਸ਼ਨ ਜਿਹੜੀ ਹੈ ਬੱਚਿਆਂ ਦੀ ਲੈਂਦਾ ਹੀ ਲੈਂਦਾ, ਪਿਛਲੇ ਸਕੂਲ ਤੋਂ, ਪਿਛਲੇ ਕਾਲਜ ਤੋਂ, ਜਿੱਥੇ ਵੀ ਬੱਚੇ ਨੇ ਸਟੱਡੀਜ਼ ਕੀਤੀ ਹੈ। ਤੇ ਇਸ ਤੋਂ ਇਲਾਵਾ ਜੇ ਬੱਚਾ ਵਿਦਆਊਟ ਆਇਲਸ ਅਪਲਾਈ ਕਰ ਰਿਹਾ, ਵਿਦਆਊਟ PTE ਅਪਲਾਈ ਕਰ ਰਿਹਾ ਹੈ ਤੇ ਉਹਦੇ ਇੰਗਲਿਸ਼ ਦੇ ਜਿਹੜੇ ਮਾਰਕਸ ਨੇ 70% ਨੇ, 75% ਨੇ, ਉਹ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦੇ ਆ, ਬਟ ਦੇ ਨੀਡ ਮੀਡੀਅਮ ਆਫ ਇੰਸਟਰਕਸ਼ਨ। ਉਹਨਾਂ ਨੂੰ ਆਪਣੇ ਸਕੂਲ ਤੋਂ ਲਿਖਾਉਣਾ ਪੈਂਦਾ ਹੈ ਕਿ ਉਹਨਾਂ ਨੇ ਜਿਹੜੀ ਸਟੱਡੀਜ਼ ਕੀਤੀ ਹੈ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ। ਜੇ ਤੁਸੀਂ ਸਾਰੇ ਡਾਕੂਮੈਂਟ ਕੰਪਲੀਟ ਕਰਕੇ ਆਪਣੇ ਕੰਸਲਟੈਂਟ ਨੂੰ ਪ੍ਰੋਵਾਈਡ ਕਰ ਦਿਓ, ਸਾਨੂੰ ਪ੍ਰੋਵਾਈਡ ਕਰ ਦਿਓ, ਵਿਦਨ ਅ ਵੀਕ ਯੂ ਕੈਨ ਗੈਟ ਯੂਅਰ ਆਫਰ ਲੈਟਰ। ਜੀ ਜੀ ਬਿਲਕੁਲ। ਔਰ UK ਦੇ ਪੈਕੇਜ ਨੂੰ ਲੈ ਕੇ ਵੀ ਮੈਂ ਜ਼ਰੂਰ ਸਵਾਲ ਕਰਨਾ ਚਾਹੂੰਗੀ, ਕਿਉਂਕਿ ਕਈ ਵਾਰੀ ਸਟੂਡੈਂਟਸ ਦਾ ਮਨ ਹੁੰਦਾ ਕਿ ਅਸੀਂ ਪੈਕੇਜ ਕਰਨਾ ਚਾਹੁੰਦੇ ਹਾਂ ਅਗਰ ਅਪਲਾਈ ਕਰ ਰਹੇ ਹਾਂ, ਪਰ ਪੈਕੇਜ ਕਰਨ ਵੇਲੇ ਸਟੂਡੈਂਟਸ ਨੂੰ ਨਾਲ ਕਿਹੜੀ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਕਿ ਕਿਸੇ ਵੀ ਇੱਦਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਨਾ ਲਓ ਜਿਨ੍ਹਾਂ ਦੀ ਰੇਟਿੰਗ ਜਿਹੜੀ ਹੈ B ਰੇਟਡ ਹੋਵੇ ਜਾਂ ਥੱਲੇ ਹੋਵੇ। ਸਭ ਤੋਂ ਪਹਿਲਾਂ ਤਾਂ ਇਹੀ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਜਿਹੜੀ ਐਡਮਿਸ਼ਨ ਹੈ ਉਹ ਯੂਨੀਵਰਸਿਟੀ ਦੇ ਵਿੱਚ ਹੀ ਲੈਣੀ ਚਾਹੀਦੀ ਹੈ। ਜੇ ਤੁਸੀਂ ਆਲਰੇਡੀ ਪੈਕੇਜ ਲੈ ਹੀ ਰਹੇ ਹੋ ਤਾਂ ਯੂਨੀਵਰਸਿਟੀ ਲਈ ਲੈਣਾ ਚਾਹੀਦਾ ਹੈ, ਨਾ ਕਿ ਕਿਸੇ ਕਾਲਜ ਲਈ, ਕਿਉਂਕਿ ਕਾਲਜਸ ਦੇ ਵਿੱਚ ਆਲਰੇਡੀ ਆਪਸ਼ਨਸ ਹੁੰਦੀ ਹੈ ਕਿ ਉਹ ਪੇਮੈਂਟ ਆਫਟਰ ਵੀਜ਼ਾ ਲੈ ਲੈਂਦੇ ਆ, ਬਟ ਸਮ ਟਾਈਮ ਯੂਨੀਵਰਸਿਟੀਜ਼ ਜਿਹੜੀ ਹੈ ਉਹਨਾਂ ਦੇ ਵਿੱਚ ਹੀ ਸਕਸੈਸ ਰੇਟ ਜਿਹੜਾ ਹੈ ਉਹ ਵਧੀਆ ਆਉਂਦਾ ਹੈ। 100% ਸਾਨੂੰ ਗਾਰੰਟੀ ਹੁੰਦੀ ਹੈ ਕਿ ਵੀਜ਼ਾ ਆਏਗਾ ਹੀ ਆਏਗਾ, ਬਿਕੋਜ਼ ਉਹਨਾਂ ਦੀ ਜਿਹੜੀ ਰੇਟਿੰਗ ਹੈ ਹਾਈਲੀ ਟਰਸਟਡ ਰਹਿੰਦੀ ਹੈ। ਹਾਈਲੀ ਟਰਸਟਡ ਦੇ ਵਿੱਚ ਜੇ ਤੁਸੀਂ ਆਪਣੀ ਡਾਕੂਮੈਂਟ ਕੰਪਲੀਟ ਕਰਦੇ ਹੋ ਅੰਡਰ ਟਾਇਰ 4 ਕੈਟੇਗਰੀ, ਤੁਹਾਡੇ ਜਿਹੜੇ ਡਾਕੂਮੈਂਟ ਹੈ ਪ੍ਰੋਪਰ ਵੇ 'ਚ ਆਪਣੇ ਅਪਲੋਡ ਹੁੰਦੇ ਐਮਬੈਸੀ ਦੀ ਸਾਈਟ ਤੇ, ਤੁਹਾਨੂੰ ਵੀਜ਼ਾ ਆਂਦਾ ਹੀ ਆਂਦਾ ਹੈ। ਬਿਲਕਲ। ਔਰ ਜਨਵਰੀ ਔਰ ਫਰਵਰੀ ਇਨਟੇਕ ਦੀ ਜੇ ਗੱਲ ਕਰੀਏ ਤਾਂ ਕਿ ਹਲੇ ਵੀ ਸਟੂਡੈਂਟਸ ਅਪਲਾਈ ਕਰਕੇ ਸੀਟ ਲੈ ਸਕਦੇ ਨੇ ਇਨਟੇਕਸ ਵਿੱਚ? ਕੁਝ ਯੂਨੀਵਰਸਿਟੀਜ਼ ਦੇ ਵਿੱਚ ਹਲੇ ਵੀ ਸੀਟਸ ਅਵੇਲੇਬਲ ਨੇ, ਕੁਝ ਯੂਨੀਵਰਸਿਟੀਜ਼ ਫੁੱਲ ਹੋ ਚੁੱਕੀਆਂ ਨੇ, ਕੁਝ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਕਿ ਕੋਈ ਵੀ ਇੱਕ ਆਧਾ ਐਪਲੀਕੈਂਟ, ਜਿਵੇਂ ਕਈਆਂ ਦੇ ਰਿਫਿਊਜ਼ਲਸ ਆ
ਚੁੱਕੀ ਹੁੰਦੀ ਹੈ, ਸੀਟਸ ਜਿਹੜੀ ਹੈ ਉਹ ਬਚ ਜਾਂਦੀ ਹੈ, ਤੇ ਉਹ ਅਸੀਂ ਵੀ ਕੈਨ ਰეკਮੈਂਡ ਟੂ ਦੀ ਨੀਅਰੈਸਟ ਇਨਟੇਕ, ਬਟ ਇਟਸ ਨਾਟ ਮੈਂਡੇਟਰੀ ਕਿ ਉਹਨਾਂ ਨੂੰ ਉਹੀ ਇਨਟੇਕ ਜਿਹੜਾ ਹੈ ਮਿਲੇਗਾ। ਠੀਕ ਹੈ ਬਿਲਕੁਲ। ਤੇ ਹੋਰ ਯੂਕੇ ਨੂੰ ਲੈ ਕੇ ਮੈਂ ਜ਼ਰੂਰ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਪਲਾਈ ਕਰਨਾ ਚਾਹੀਦਾ ਹੈ, ਜਾਂ ਅਗਰ ਫਾਈਲਿੰਗ ਦੀ ਗੱਲ ਕਰੀਏ ਕਿਵੇਂ ਡਿਫਰੈਂਟ ਮੰਨਦੇ ਹੋ ਯੂਕੇ ਦੀ ਫਾਈਲਿੰਗ ਨੂੰ ਕੈਨੇਡਾ ਦੀ ਫਾਈਲਿੰਗ ਤੋਂ? ਮੈਮ ਕੈਨੇਡਾ ਦੇ ਵਿੱਚ ਤੁਹਾਨੂੰ ਕੋਈ ਫੰਡਸ ਦੀ ਇੰਨੀ ਵਧੀਆ ਜਿਹੜੀ ਹੈ ਨਹੀਂ ਜ਼ਿਆਦਾ ਮੇਨਟੇਨੈਂਸ ਦੀ ਲੋੜ ਨਹੀਂ ਹੁੰਦੀ। ਜਿਵੇਂ ਯੂਕੇ ਦੀ ਆਪਾਂ ਗੱਲ ਕਰੀਏ, ਯੂਕੇ ਦੇ ਵਿੱਚ ਤੁਹਾਡੇ ਜਿਹੜੇ ਫੰਡਸ ਹੈ ਸੇਵਿੰਗ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ, ਨਾ ਕਿ ਕੋਈ ਐਫਡੀ ਹੋਣੀ ਚਾਹੀਦੀ ਹੈ, ਤੁਹਾਡੇ ਅਕਾਊਂਟ ਦੇ ਵਿੱਚ ਅਵੇਲੇਬਲ ਹੋਣੇ ਚਾਹੀਦੇ ਹੈ, ਤੇ ਜੋ ਕਿ 28 ਦਿਨ ਪੁਰਾਣੇ ਹੋਣੇ ਚਾਹੀਦੇ ਹੈ, ਕਿਉਂਕਿ ਇਹ ਇਹਨਾਂ ਦਾ ਬਹੁਤ ਹੀ ਰੂਲ ਹੈ। ਇਹਨਾਂ ਨੂੰ ਪਤਾ ਹੈ ਕਿ ਜਿਹੜੇ ਇੰਡੀਅਨਸ ਹੁੰਦੇ ਆ ਸਾਲੋ ਸਾਲ ਤੋਂ ਆਪਣੀ ਐਫਡੀ ਕਰਾ ਰਹੇ ਹੁੰਦੇ ਆ, ਜਦੋਂ ਇਹਨਾਂ ਦਾ ਵੀਜ਼ਾ ਵੀ ਲੱਗ ਜਾਂਦਾ ਇਹ ਤਾਂ ਵੀ ਉਹਨਾਂ ਨੂੰ ਯੂਜ਼ ਨਹੀਂ ਕਰਦੇ। ਤੇ ਲਿਵਿੰਗ ਐਕਸਪੈਂਸਸ ਨੂੰ ਜਿਹੜਾ ਆਪਾਂ ਦੇਖਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਤੁਹਾਡਾ ਪਹਿਲਾਂ ਹੀ 1 ਈਅਰ ਦਾ ਜਿਹੜਾ ਲਿਵਿੰਗ ਐਕਸਪੈਂਸ ਹੈ ਤੁਸੀਂ ਟ੍ਰਾਂਸਫਰ ਕਰ ਚੁੱਕੇ ਹੋ। ਯੂਕੇ ਦੇ ਵਿੱਚ ਤੁਸੀਂ ਨਾਲ ਕੈਰੀ ਕਰਨਾ ਹੁੰਦਾ ਹੈ, ਨਾਲ ਉੱਥੇ ਜਾ ਕੇ ਤੁਸੀਂ ਜਿਹੜੀ ਹਰਡਲਸ ਹੈਗੀ ਹੈ ਅਕੋਮੋਡੇਸ਼ਨ ਫਾਈਂਡ ਕਰਨਾ, ਤੇ ਹੋਰ ਬਹੁਤ ਸਾਰੀ ਜਿਹੜੀ ਆਪਸ਼ਨਸ ਹੈ ਤੁਸੀਂ ਉੱਥੇ ਜਾ ਕੇ ਐਕਸਪਲੋਰ ਕਰਨੀ ਹੁੰਦੀ ਹੈ। ਇਸ ਕਰਕੇ ਤੁਹਾਡੇ ਜਿਹੜੇ ਫੰਡਸ ਆ ਉਹ ਸੇਵਿੰਗ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੈ। ਤੇ ਇਸ ਤੋਂ ਇਲਾਵਾ ਕੁਝ ਕੈਂਡੀਡੇਟ ਐਦਾਂ ਦੇ ਨੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਗੈਪ ਹੁੰਦਾ ਹੈ ਫਾਈਲ ਦੇ ਵਿੱਚ, ਕਿ ਉਹਨਾਂ ਨੇ +2 ਤੋਂ ਬਾਅਦ 10 ਸਾਲ ਕੁਝ ਨਹੀਂ ਕੀਤਾ ਤੇ ਹੁਣ ਉਹ ਅਪਲਾਈ ਕਰਨਾ ਚਾਹੁੰਦੇ ਆ। ਸਾਡੇ ਕੋਲ ਬਹੁਤ ਸਾਰੇ ਐਦਾਂ ਦੇ ਪ੍ਰੋਗਰਾਮਸ ਨੇ ਜਿਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਗੈਪ, ਤੁਸੀਂ ਬਾਹਰੋਂ ਵਾਪਸ ਆਏ ਹੋ, ਤੁਹਾਡੀ ਸੈਟਲਮੈਂਟ ਨਹੀਂ ਹੋਈ, ਪਰ ਹੁਣ ਤੁਸੀਂ ਯੂਕੇ ਐਕਸਪਲੋਰ ਕਰਨਾ ਚਾਹੁੰਦੇ ਹੋ, ਤੇ ਉਹਨਾਂ ਦੇ ਲਈ ਪੈਕੇਜ ਡੀਲ ਵੀ ਹੈਗੀ ਹੈ, ਤੇ ਨਾਲ ਦੇ ਨਾਲ ਉਹਨਾਂ ਦੇ ਲਈ ਬਹੁਤ ਵਧੀਆ ਪ੍ਰੋਗਰਾਮ ਨੇ ਜਿਹਦੇ ਵਿੱਚ ਉਹਨਾਂ ਨੂੰ 100% ਜਿਹੜਾ ਵੀਜ਼ਾ ਹੈ ਉਹ ਮਿਲ ਸਕਦਾ ਹੈ। ਜੀ ਬਿल्कुल। और यूके ਦੇ ਜਦੋਂ ਸਪਾਊਸ ਵੀਜ਼ਾ ਨਾਲ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਵੀ ਮੈਂ ਚਾਹੂੰਗੀ ਕਿ ਜ਼ਰੂਰ ਆਪਾਂ ਕਲੀਅਰ ਕਰੀਏ ਕਿ ਜੋ +2 ਤੋਂ ਬਾਅਦ ਸਟੂਡੈਂਟ ਜਾਣਾ ਚਾਹ ਰਹੇ ਨੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਜਾਣਾ ਚਾਹੁੰਦੇ ਨੇ, ਕੀ ਪ੍ਰੋਸੈਸ ਉਹਨਾਂ ਲਈ ਹੈ ਅਗਰ ਉਹ ਸਪਾਊਸ ਵੀਜ਼ਾ ਵੀ ਨਾਲ ਅਪਲਾਈ ਕਰਨਾ ਹੈ? ਮੈਮ ਇਹ ਤੁਸੀਂ ਬਹੁਤ ਹੀ ਇੱਕ ਵਧੀਆ ਜਿਹੜਾ ਕੁਐਸਚਨ ਹੈ ਉਹ ਪੁੱਟ ਕੀਤਾ ਹੈ। ਜਿਹੜਾ ਬੱਚਾ +2 ਪਾਸ ਹੈ ਤੇ ਆਪਣੀ ਗ੍ਰੈਜੂਏਸ਼ਨ ਨੂੰ ਕੰਟੀਨਿਊ ਕਰਨ ਲਈ ਯੂਕੇ ਜਾ ਰਿਹਾ, ਉਹ ਆਪਣੇ ਸਪਾਊਸ ਨੂੰ ਨਾਲ ਡਿਪੈਂਡੈਂਟ ਵੀਜ਼ੇ ਤੇ ਬਿਲਕੁਲ ਵੀ ਨਹੀਂ ਲੈ ਕੇ ਜਾ ਸਕਦਾ। ਉਹਦਾ ਜਾਂ ਤਾਂ ਵਿਜ਼ਟਰ ਵੀਜ਼ਾ ਲੈਣਾ ਪੈਣਾ ਹੈ ਤੁਹਾਨੂੰ ਡਿਪੈਂਡੈਂਟ ਲਈ, ਜਾਂ ਫਿਰ ਉਹਨਾਂ ਨੂੰ ਬਾਅਦ 'ਚ ਅਪਲਾਈ ਕਰਨਾ ਪੈਣਾ ਜਦੋਂ ਤੁਹਾਡੀ ਗ੍ਰੈਜੂਏਸ਼ਨ ਉੱਥੇ ਕੰਪਲੀਟ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੇ ਸਪਾਊਸ ਨੂੰ ਜਿਹੜਾ ਡਿਪੈਂਡੈਂਟ ਵੀਜ਼ਾ ਹੈ ਉਹ ਮਿਲਦਾ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਡਿਪੈਂਡੈਂਟ ਨੂੰ ਨਾਲ ਲੈ ਕੇ ਜਾ ਰਹੇ ਹੋ, ਤੁਸੀਂ ਆਲਰੇਡੀ ਗ੍ਰੈਜੂਏਟ ਹੋ, ਤੁਸੀਂ ਮਾਸਟਰਸ ਲਈ ਜਾ ਰਹੇ ਹੋ, ਤਾਂ ਤੁਸੀਂ ਆਪਣੇ ਡਿਪੈਂਡੈਂਟ ਨੂੰ, ਆਪਣੇ ਬੱਚਿਆਂ ਨੂੰ, ਇਵਨ ਇਫ ਯੂ ਹੈਵ ਕਿਡਸ, ਤੁਹਾਡੇ ਕੋਲ 1 ਬੱਚਾ ਹੈ 2 ਬੱਚਾ, ਤੁਸੀਂ ਉਹਨਾਂ ਦੀ ਫਾਈਲ ਵੀ ਨਾਲ ਲਾ ਕੇ ਆਪਣੇ ਨਾਲ ਮਾਸਟਰਸ ਪ੍ਰੋਗਰਾਮ ਤੇ ਉਹਨਾਂ ਨੂੰ ਲੈ ਕੇ ਜਾ ਸਕਦੇ ਹੋ। ਤੁਹਾਡੇ ਜਿਹੜਾ ਐਪਲੀਕੈਂਟ ਹੈ ਉਹਦੇ ਕੋਲ ਫੁੱਲ ਵਰਕ ਰਾਈਟ ਰਹਿਣਗੇ, ਉਹ ਵੀ ਫੁੱਲ ਵਰਕ ਰਾਈਟ ਆਪਣੇ ਯੂਜ਼ ਕਰ ਸਕਦੇ ਹਨ ਤੁਹਾਡੇ ਕੋਲ ਵੀ, ਬਿਕੋਜ਼ ਯੂ ਆਰ ਅਪਲਾਈਂਗ ਫॉर ਮਾਸਟਰਸ ਪ੍ਰੋਗਰਾਮ ਲਈ ਤੁਹਾਡੇ ਕੋਲ ਵੀ ਫੁੱਲ ਵਰਕ ਰਾਈਟ ਹੁੰਦਾ ਹੈ, ਤੁਸੀਂ ਵੀ ਕੰਮ ਕਰ ਸਕਦੇ ਹੋ ਤੇ ਆਪਣੀ ਫੈਮਿਲੀ ਨੂੰ ਉੱਥੇ ਜਾ ਕੇ ਸੈਟਲ ਕਰ ਸਕਦੇ ਹੋ। ਹੁਣ ਯੂਕੇ ਪੀਆਰ ਦੀ ਵੀ ਆਪਸ਼ਨ ਬਹੁਤ ਐਕਸਪਲੋਰ ਕਰ ਰਿਹਾ ਹੈ ਕੈਂਡੀਡੇਟਸ ਲਈ। ਜਿਹੜੇ ਵੀ ਕੈਂਡੀਡੇਟ ਉੱਥੇ ਜਾ ਕੇ ਡਿਗਰੀ ਕੰਪਲੀਟ ਕਰਕੇ 2 ਸਾਲ ਉੱਥੇ ਅਰਨ ਕਰਦੇ ਆ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ, ਤੇ ਉੱਥੇ ਜਾ ਕੇ ਆਪਣੀ ਆਈਟੀਆਰ ਜਿਹੜੀ ਹੈ ਫਾਈਲ ਕਰਦੇ ਆ 25,000 ਪਾਉਂਡ 1 ਸਾਲ ਦੀ, ਤੇ ਤੁਸੀਂ ਵੀ ਕੁਆਲੀਫਾਈ ਕਰ ਸਕਦੇ ਹੋ ਆਪਣੀ ਪੀਆਰ ਲਈ। ਜੀ ਬਿਲकुल। ਤੇ ਕੀ ਆਉਣ ਵਾਲੇ ਟਾਈਮ ਵਿੱਚ ਲੱਗਦਾ ਹੈ ਯੂਕੇ ਵੀ ਬਾਕੀ ਕੰਟਰੀ ਜਿਵੇਂ ਆਸਟ੍ਰੇਲੀਆ ਥੋੜਾ ਸਟ੍ਰਿਕਟ ਹੋ ਚੁੱਕਿਆ ਹੈ, ਕੀ ਲੱਗਦਾ ਹੈ ਕਿ ਯੂਕੇ ਵੀ ਆਉਣ ਵਾਲੇ ਟਾਈਮ ਵਿੱਚ ਥੋੜਾ ਸਟ੍ਰਿਕਟ ਹੋਏਗਾ ਕਿਉਂਕਿ ਫਾਈਲ ਇੱਥੇ ਵੀ ਬਹੁਤ ਜ਼ਿਆਦਾ ਲੱਗ ਚੁੱਕੀ ਹੈ? ਰਾਈਟ ਬਟ ਯੂਕੇ ਸ਼ੁਰੂ ਤੋਂ ਹੀ ਮੈਮ ਬਹੁਤ ਜ਼ਿਆਦਾ ਸਟ੍ਰਿਕਟ ਰਿਹਾ ਹੈ। ਉਹਨਾਂ ਦੇ ਰੂਲਸ ਜਿਹੜੇ ਆ ਉਹ ਥੋੜੇ ਡਿਫਰੈਂਟ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਟ੍ਰਿਕਟ ਨਹੀਂ ਹੈ। ਉਹਨਾਂ ਨੂੰ 100% ਜੈਨੂਇਨਿਟੀ ਤੁਹਾਡੇ ਫਾਈਲ ਦੇ ਵਿੱਚ ਚਾਹੀਦੀ ਹੈ। ਸ਼ੁਰੂ ਤੋਂ ਹੀ ਯੂਕੇ ਦੀ ਜਿਹੜਾ ਫਲੋ ਰਿਹਾ ਹੈ ਉਹ ਜੈਨੂਇਨ ਕੈਂਡੀਡੇਟਸ ਵੱਲ ਹੀ ਰਿਹਾ ਹੈ। ਉਹ ਤੁਹਾਡੇ ਜਿਹੜੇ ਡਾਕੂਮੈਂਟ ਹੈ ਬਹੁਤ ਹੀ ਚੰਗੇ ਤਰੀਕੇ ਨਾਲ ਚੈੱਕ ਕਰਦੇ ਆ। ਸਮ ਟਾਈਮ ਜੇ ਕਿਸੇ ਕੈਂਡੀਡੇਟ ਦਾ ਰਿਫਿਊਜ਼ਲ ਵੀ ਆਂਦਾ ਹੈ ਤੇ ਉਹ ਪਰਟੀਕੂਲਰ ਜਿਹੜਾ ਰੀਜ਼ਨ ਹੈ ਵਿਦ ਰਿਟਨ ਦੇ ਵਿੱਚ ਵੀਜ਼ਾ ਅਫਸਰ ਪ੍ਰੋਵਾਈਡ ਕਰਦਾ ਹੈ। ਜੇ ਆਪਾਂ ਗੱਲ ਕਰੀਏ ਕੈਨੇਡਾ ਦੀ, ਕੈਨੇਡਾ ਦੇ ਵਿੱਚ ਕੀ ਹੁੰਦਾ, ਇੱਕ ਸਟੈਂਡਰਡ ਫਾਰਮੈਟ ਹੁੰਦਾ ਹੈ ਕਿ ਹਾਂਜੀ ਇੱਕੋ ਹੀ ਕਾਲਮ ਤੇ ਸਾਰਿਆਂ ਨੂੰ ਟਿਕ ਕਰਕੇ ਰਿਫਿਊਜ਼ ਕਰ ਦਿੱਤਾ ਜਾਂਦਾ ਹੈ, ਬਟ ਯੂਕੇ ਜਿਹੜਾ ਹੈ ਉਹ ਪੂਰਾ ਐਕਸਪਲੇਨੇਸ਼ਨ ਦੇ ਨਾਲ ਹੀ ਰਿਫਿਊਜ਼ਲ ਦਿੰਦਾ ਹੈ ਤੇ ਕੈਂਡੀਡੇਟ ਨੂੰ ਖੁਦ ਨੂੰ ਪਤਾ ਲੱਗ ਜਾਂਦਾ ਹੈ ਕਿ ਫਾਈਲ ਦੇ ਵਿੱਚ ਕੀ ਕਮੀ ਸੀ, ਕਿਸ ਕਰਕੇ ਉਹਦਾ ਜਿਹੜਾ ਰਿਫਿਊਜ਼ਲ ਹੈ ਉਹ ਆਇਆ ਹੈ। ਤੇ ਯੂਕੇ ਸ਼ੁਰੂ ਤੋਂ ਹੀ ਬਹੁਤ ਸਟ੍ਰਿਕਟ ਰਿਹਾ ਹੈ, ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵੀਜ਼ਾ ਨਹੀਂ ਲੈ ਸਕਦੇ। ਇਹੀ ਮੈਂ ਗੱਲ ਉਹੀ ਰਿਪੀਟ ਕਰਨਾ ਚਾਹਾਂਗੀ ਕਿ ਕੰਸਲਟੈਂਟ ਨੂੰ ਕਿੰਨਾ ਐਕਸਪੀਰੀਅੰਸ ਹੈ, ਉਹ ਤੁਹਾਡੀ ਫਾਈਲ ਨੂੰ ਕਿੱਦਾਂ ਰਿਪਰੈਜ਼ੈਂਟ ਕਰ ਰਿਹਾ ਹੈ, ਤੁਹਾਨੂੰ ਕਿੱਦਾਂ ਵੀਜ਼ਾ ਲੈ ਕੇ ਦੇ ਰਿਹਾ, ਇਹ ਡਿਪੈਂਡ ਤੁਹਾਡੇ ਕੰਸਲਟੈਂਟ ਤੇ ਹੀ ਕਰਦਾ ਹੈ। ਜੀ ਬਿਲਕੁਲ। ਤੇ ਯੂਕੇ ਰਿਫਿਊਜ਼ਲ ਆਉਣ ਤੋਂ ਬਾਅਦ ਰੀਅਪਲਾਈ ਕਰਨਾ, ਉਸ ਦਾ ਪ੍ਰੋਸੈਸ ਨੂੰ ਵੀ ਸਮਝਣਾ ਚਾਹਾਂਗੇ, ਕਿਸ ਤਰ੍ਹਾਂ ਦੀ ਚੇਂਜਸ ਕਰਨੀਆਂ ਪੈਂਦੀਆਂ ਜਾਂ ਕਿਵੇਂ ਦੁਬਾਰਾ ਰੀਅਪਲਾਈ ਕਰਨਾ ਹੈ? ਬਿਲਕੁਲ ਮੈਮ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣੇ ਰਿਫਿਊਜ਼ਲ ਦੇ ਰੀਜ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਸਾਡਾ ਰਿਫਿਊਜ਼ਲ ਦਾ ਰੀਜ਼ਨ ਕੀ ਹੈ। ਕੀ ਸਾਡੇ ਡਾਕੂਮੈਂਟਸ ਘੱਟ ਸੀਗੇ ਜਾਂ ਫਿਰ ਅਸੀਂ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੈ। ਜੇ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੈ ਫਿਰ ਤਾਂ ਮੈਂ ਤੁਹਾਨੂੰ ਇਹੀ ਸਲਾਹ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਦੁਬਾਰਾ ਅਪਲਾਈ ਬਿਲਕੁਲ ਨਾ ਕਰੋ, ਕਿਉਂਕਿ ਸਮ ਟਾਈਮ ਯੂ ਵਿਲ ਗੈਟ ਯੂਰ ਬੈਨ। ਬਿਲਕੁਲ।
ਤੇ ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਕਿ ਜੇ ਤੁਹਾਡੀ ਕੋਈ ਡਾਕੂਮੈਂਟ ਮਿਸ ਸੀਗਾ ਫਾਈਲ ਦੇ ਵਿੱਚ, ਜਾਂ ਫਿਰ ਤੁਹਾਡੇ ਜਿਹੜੇ ਹੈ ਫੰਡਸ ਘੱਟ ਸੀਗੇ, ਜਾਂ ਫਿਰ ਤੁਸੀਂ ਮੇਨਟੇਨ ਨਹੀਂ ਕੀਤੇ ਸੀਗੇ, ਜਾਂ ਫਿਰ ਤੁਹਾਡਾ ਕੋਰਸ ਰੈਲੇਵੈਂਟ ਨਹੀਂ ਸੀਗਾ, ਫਿਰ ਤਾਂ ਅਸੀਂ ਅਮੈਂਡ ਕਰਕੇ ਦੁਬਾਰਾ ਤੁਹਾਡੀ ਜਿਹੜੀ ਫਾਈਲ ਹੈ ਲਾ ਸਕਦੇ ਹਾਂ। ਜੇ ਤੁਸੀਂ ਆਲਰੇਡੀ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੈ, ਫਿਰ ਤੁਹਾਡਾ ਕੋਈ ਵੀ ਕੰਸਲਟੈਂਟ ਤੁਹਾਡੀ ਹੈਲਪ ਨਹੀਂ ਕਰ ਸਕਦਾ। ਜ਼ਰੂਰ ਦੇਖ ਸਮਝ ਕੇ ਹੀ ਆਪਣੇ ਕੰਸਲਟੈਂਟ ਦੀ ਚੋਣ ਕਰਿਆ ਕਰੋ। ਅਸੀਂ ਬਾਰ-ਬਾਰ ਸ਼ੋਅ ਵਿੱਚ ਇਹ ਗੱਲ ਕਹਿੰਦੇ ਰਹਿੰਦੇ ਹਾਂ, ਕਿਉਂਕਿ ਸਟੂਡੈਂਟਸ ਦੀ ਬਹੁਤ ਚੰਗੀਆਂ ਪ੍ਰੋਫਾਈਲ ਦੇ ਉੱਪਰ ਜਦੋਂ ਅਸੀਂ ਵੀ ਰਿਫਿਊਜ਼ਲ ਲੱਗੀ ਦੇਖਦੇ ਹਾਂ, ਸਾਨੂੰ ਵੀ ਬੜਾ ਦੁੱਖ ਲੱਗਦਾ ਹੈ ਕਿ ਬੜੇ ਸੁਪਨੇ ਸਜਾਏ ਹੁੰਦੇ ਨੇ ਸਟੂਡੈਂਟਸ ਨੇ, ਸਿਰਫ ਸਟੂਡੈਂਟ ਹੀ ਨਹੀਂ, ਉਹਨਾਂ ਦੀ ਪੂਰੀ ਫੈਮਿਲੀ ਦੇ ਜੋ ਹੈ ਸੁਪਨੇ ਸਜੇ ਹੁੰਦੇ ਨੇ ਇੱਕ ਪ੍ਰੋਫਾਈਲ ਦੇ ਨਾਲ। ਤੇ ਇਸ ਲਈ ਰਿਫਿਊਜ਼ਲ ਨਾ ਲੱਗੇ ਤੁਹਾਡੀ ਪ੍ਰੋਫਾਈਲ ਦੇ ਉੱਪਰ, ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਅਸੀਂ ਹਮੇਸ਼ਾ ਡਿਸਕਸ ਕਰਦੇ ਰਹਿੰਦੇ ਹਾਂ ਤੇ ਇਸੇ ਤਰ੍ਹਾਂ ਡਿਸਕਸ ਕਰਦੇ ਵੀ ਰਵਾਂਗੇ। ਲਗਾਤਾਰ ਨੰਬਰ ਡਿਸਪਲੇ ਹੈ ਜੀ, ਤੁਹਾਡਾ ਆਪਣਾ ਵੀ ਕੋਈ ਸਵਾਲ ਹੋਵੇ ਪ੍ਰੋਫਾਈਲ ਨੂੰ ਲੈ ਕੇ, ਅਪਲਾਈ ਕਰਨਾ ਚਾਹੁੰਦੇ ਹੋ, ਕਿਤੇ ਸਮਝ ਨਹੀਂ ਆ ਰਿਹਾ ਕਿੱਥੇ ਅਪਲਾਈ ਕਰੀਏ, ਕਿੱਥੇ ਐਲੀਜੀਬਲ ਹੋ, ਤਾਂ ਆਪਣੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਸਲਾਹ ਲੈ ਸਕਦੇ ਹੋ। ਸੈਕਟਰ 82 ਮੁਹਾਲੀ ਦੇ ਵਿੱਚ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰੋ। ਜਿਵੇਂ ਆਪਾਂ ਪਹਿਲਾਂ ਸਪਾਊਸ ਵੀਜ਼ਾ ਦੀ ਵੀ ਗੱਲ ਕਰ ਰਹੇ ਸੀ ਨਾਲ ਯੂਕੇ ਦੀ, ਤਾਂ ਮੇਨ ਐਪਲੀਕੈਂਟ ਦੀ ਤਾਂ ਗੱਲ ਕੀਤੀ ਹੈ ਕਿ ਕੀ ਸਪਾਊਸ ਦੀ ਕੁਆਲੀਫਿਕੇਸ਼ਨ ਨੂੰ ਲੈ ਕੇ ਵੀ ਕੁਝ ਜ਼ਰੂਰੀ ਚੀਜ਼ਾਂ ਜੋ ਪਤਾ ਹੋਣਾ ਚਾਹੀਦਾ ਹੈ ਸਭ ਨੂੰ? no there is no specification ਕਿ ਸਪਾਊਸ ਦੀ ਕਿੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਉਹ ਆਪਣੇ +2 ਹੈ, 10th ਹੈਗੇ, ਉਹ ਤਾਂ ਵੀ ਅਪਲਾਈ ਕਰ ਸਕਦੇ, ਬਿਕੋਜ਼ ਦਿਸ ਇਜ਼ ਐਨ ਓਪਨ ਕੈਟੇਗਰੀ। ਬਟ ਇਹਦੇ ਵਿੱਚ ਸਾਨੂੰ ਸਪਾਊਸ ਦੇ ਵੱਲੋਂ ਉਹਨਾਂ ਦਾ ਫਾਈਨੈਂਸ਼ੀਅਲ ਸਟੇਬਿਲਿਟੀ ਜਿਹੜੀ ਹੈ ਉਹ ਚਾਹੀਦੀ ਹੁੰਦੀ ਹੈ ਕਿ ਉਹ ਇੱਥੇ ਵੀ ਅਰਨ ਕਰ ਰਹੇ ਨੇ, ਉਹਨਾਂ ਦੀ ਇੰਟੈਂਸ਼ਨ ਸਿਰਫ ਵੀਜ਼ਾ ਲੈਣਾ ਨਹੀਂ ਹੈ, ਉਹ ਇੱਥੇ ਵੀ ਕੰਮ ਕਰ ਰਹੇ ਸੀਗੇ, ਦੇ ਜਸਟ ਵਾਂਟ ਟੂ ਅਕੰਪਨੀ ਜਿਹੜਾ ਸਪਾਊਸ ਹੈ ਉਹਨਾਂ ਨੂੰ ਅਕੰਪਨੀ ਕਰਨ ਲਈ ਉੱਥੇ ਜਾ ਰਹੇ ਨੇ। ਜੀ 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 ਬਿਲਕੁਲ। ਆਈ ਹੋਪ ਕਿ ਜੋ ਵੀ ਆਪਾਂ ਗੱਲਾਂ ਕਰ ਰਹੇ ਹਾਂ, ਕਿਉਂਕਿ ਸਵਾਲ ਤੁਹਾਡੇ ਹੀ ਸਾਡੇ ਤੱਕ ਆਏ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀ ਹਾਂ। ਸੋ ਤੁਹਾਡਾ ਆਪਣਾ ਪ੍ਰੋਫਾਈਲ ਨੂੰ ਲੈ ਕੇ ਕੋਈ ਸਵਾਲ ਹੋਵੇ ਤਾਂ ਇਸ ਜੋ ਨੰਬਰ ਡਿਸਪਲੇ ਹੋ ਰਿਹਾ ਜੀ ਸਕਰੀਨ ਦੇ ਉੱਪਰ, ਇਸ ਨੰਬਰ ਨੂੰ ਨੋਟ ਕਰ ਲਓ, ਇਸ ਨੰਬਰ ਤੇ ਕਾਲ ਕਰਕੇ ਜ਼ਰੂਰ ਆਪਣੇ ਸਵਾਲ ਦਾ ਜਵਾਬ ਲਓ। ਸੈਕਟਰ 82 ਮੁਹਾਲੀ ਦੇ ਵਿੱਚ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦਾ ਆਫਿਸ ਹੈ। ਬਹੁਤ ਚੰਗਾ ਰਹੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਂਦੇ ਹੋ, ਕਿਉਂਕਿ ਫੋਨ ਦੇ ਉੱਪਰ ਕਈ ਵਾਰੀ ਤੁਸੀਂ ਸਾਰੀਆਂ ਗੱਲਾਂ ਨਹੀਂ ਦੱਸ ਪਾਉਂਦੇ ਹੋ ਜੋ ਕਿ ਬਹੁਤ ਜ਼ਰੂਰੀ ਰਹਿੰਦੀਆਂ ਨੇ ਸਟੱਡੀ ਵੀਜ਼ਾ ਦੇ ਲਈ ਜਾਂ ਜਿੱਥੇ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਸਭ ਦੇ ਲਈ। ਸੋ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਵੱਲੋਂ ਕਿਸ ਤਰ੍ਹਾਂ ਦੀ ਚੈਲੰਜਿੰਗ ਪ੍ਰੋਫਾਈਲਸ ਉੱਪਰ ਕੰਮ ਕੀਤਾ ਜਾਂਦਾ ਹੈ, ਜੋ ਮੈਂ ਚਾਹੂੰਗੀ ਕੁਝ ਆਪਾਂ ਡਿਸਕਸ ਕਰੀਏ। ਹਾਲਾਂਕਿ ਟਾਈਮ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਥੋੜਾ ਜਿਹਾ ਮੈਂ ਜ਼ਰੂਰ ਪੁਆਇੰਟ ਕਲੀਅਰ ਕਰਨਾ ਚਾਹੂੰਗੀ। ਮੈਮ ਡੇਲੀ ਬੇਸਿਸ ਤੇ ਸਾਡੇ ਕੋਲ ਬਹੁਤ ਸਾਰੀ ਜਿਹੜੀ ਕੁਐਰੀਜ਼ ਹੈ, ਮਲਟੀਪਲ ਕੁਐਰੀਜ਼ ਜਿਹੜੀ ਹੈ ਉਹ ਆਉਂਦੀ ਰਹਿੰਦੀ ਹੈ, PR ਦੇ ਲਈ, ਵਰਕ ਪਰਮਿਟ ਲਈ, ਸਟੱਡੀ ਵੀਜ਼ਾ ਲਈ, ਤੇ ਬਹੁਤ ਸਾਰੀ ਐਦਾਂ ਦੀ ਕੈਟੇਗਰੀਜ਼ ਹੈ ਜਿਹਦੇ ਵਿੱਚ ਬੱਚੇ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਦਾਂ ਆਪਣੀ ਫਾਈਲ ਨੂੰ ਜਿਹੜਾ ਰਿਪਰੈਜ਼ੈਂਟ ਕਰ ਸਕਦੇ ਹਾਂ। ਤੇ ਸਾਡੇ ਕੋਲ ਜਿਵੇਂ ਸਟੂਡੈਂਟ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਰਿਫਿਊਜ਼ ਕੇਸਿਸ ਵੀ ਆਉਂਦੇ ਨੇ, ਕਈ ਵਾਰੀ ਬੱਚਿਆਂ ਨੂੰ ਆਪਣੇ ਕੋਰਸ ਦਾ ਕੰਟੈਂਟ ਵੀ ਨਹੀਂ ਪਤਾ ਹੁੰਦਾ ਕਿ ਜੀ ਮੈਂ ਐਡਮਿਸ਼ਨ ਇਸ ਕੋਰਸ ਦੇ ਵਿੱਚ ਲੈਣਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੰਟੈਂਟ ਜਿਹੜਾ ਉਹਨਾਂ ਦੇ ਨਾਲ ਰੈਲੇਵੈਂਟ ਵੀ ਹੈਗਾ ਕਿ ਨਹੀਂ, ਬਾਅਦ ਚ ਰਿਫਿਊਜ਼ਲ ਨਾ ਫੇਸ ਕਰਨੀ ਪਏ। ਸਾਡੇ ਕੋਲ ਇੱਕ ਪਾਰਟਿਕੂਲਰ ਇੱਕ ਟ੍ਰੇਨਡ ਡਿਪਾਰਟਮੈਂਟ ਹੈ ਜੋ ਬੱਚਿਆਂ ਨੂੰ ਹੈਲਪ ਆਊਟ ਕਰਦਾ ਹੈ ਕਿ ਕਿਹੜਾ ਕੋਰਸ ਕਿਹਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਫਿਊਚਰ ਹੈ ਅੱਗੇ ਵਧੀਆ ਰਹੇਗਾ, PR ਲੈ ਸਕਦੇ ਨੇ, ਤੇ ਜਿਹੜਾ ਉਹਨਾਂ ਦਾ ਰਿਫਿਊਜ਼ਲ ਦਾ ਚਾਂਸ ਹੈ ਉਹ ਬਿਲਕੁਲ 0% ਹੋ ਜਾਏਗਾ। ਜੀ 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 ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਬਹੁਤ ਸਾਰੇ ਅਪਡੇਟਸ ਜੋ ਹੈ ਸਾਡੇ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਨਾਲ ਸਾਂਝੇ ਕੀਤੇ ਹੈ। ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। हाय सिमरन। हाय मैम। कांग्रेचुलेशन। थैंक यू मैम। करो सिमरन, आज आपका कनाडा का वीजा आया है, तो आप इस पे अपने व्यूज शेयर करोगे। थैंक यू फॉर मैम दिस, ये मेरा बहुत टाइम से ड्रीम था जो आज कंप्लीट हो गया। थैंक्स अ लॉट मैम। So many congratulations to Mr. Deepak Pasi and his family for getting Canada PR with 5 bands in Canada, Newfoundland and Labrador. So many congratulations. Thank you so much. Many congratulations to Mr. Jatinder and Mamta ma'am for Canada exploratory visit with family. And सर ने अपना वीजा हमारे से अप्लाई किया और क्यूबिक इन्वेस्टमेंट वीजा कैटेगरी के अंडर सर का जो फाइल है वो अभी हमने अप्लाई किया हुआ है। तो ये सर गो वीजा के एंड से मैनी कॉन्ग्रेचुलेशन आपको। थैंक यू। प्लीज सर हैव अ सीट। और मुबारक आपको भी, अपने हमारी यानी कि बहुत जल्दी और बेस्ट हो गया। थैंक यू।
अच्छी थी, आपकी गाइडेंस भी अच्छी थी सबकी। मैम ने बहुत गाइड किया हमें। थैंक यू वेरी मच। Okay. डन।